श्री वाहिगुरु साहिब जी। टोडी महला पंजवा। घर पंजवा दुपदे। एक ओंकार सतगुर प्रसाद। ऐसो गुण मेरो प्रभ जी कीना। पंच दुख अर अहं रोग। एह तन ते सगल दूर कीना। ऐसो गुण मेरो प्रभ जी कीना। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां बादशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रोम गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके। पंजवा घर पंजवा दुपदे। सतगुरु पंजवें पातशाह शहीदां दे सरताज शांति दे सोमे गुरबाणी दे रचनाहार धन धन श्री गुरु अर्जन देव साहिब जी महाराज टोडी रागनी विच पंजवें सुरताल दे अंदर दो दो पदियां वाले शब्द उचारण कर रहे हैं। पहला वस्तु निर्देश मंगल करते हैं। एक ओंकार एक अद्वितीय ब्रह्म ओंकार सर्वदा प्रकाशक है। सतगुर प्रसाद जो सतगुरां दी किरपा करके प्राप्त हुंदा है। उस वाहिगुरु परमेश्वर दे उपकार जनाउंदे होए जग्यासु वल्लों निम्रता सहित यह भाव प्रगट करते हैं। ऐसो गुण मेरो प्रभ जी कीना। मेरे ते परमेश्वर जी ने अजिहा उपकार किया है। पंच दुख अर अहं रोग। ये भाव जग्यासु की उस वेले की अवस्था है जदों हिरदे विचों सारे विकार मेट के वाहिगुरु नाल मिलाप होया। फिर वाहिगुरु दे धन्नवाद अंदर कहते ने कि जिहड़े पंज दोष शब्द भाव आवाज़ सुनने का विषय जिमें हरण नूं है, स्पर्श चमड़ी का विषय जिहड़ा हाथी नूं है, रूप अखां नाल वेखण का विषय जिहड़ा पतंगे नूं है, रस जबान का विषय जो मच्छी नूं है, गंध नक नाल सुगंधी लैण का विषय जिहड़ा भौरे नूं है। ये तां इन्हां विच एक एक विषय हैं एक एक जीव दे विच ते पर इंसान दे विच पंजे ही विषय हैं। ये निंदिया चुगली विकारां वाले बचन सुनदा भी है, सो स्पर्श भी करना चाहुंदा है, बगानी इस्त्री का रूप भी देखता है, ललचाई अखां दे नाल चोरी मिर्ग अंगूरी खाए
ਜ਼ਬਾਨ ਦਾ ਰਸ ਵੀ ਹੈ, ਸੋ ਅਖਾਦ ਚੀਜ਼ਾਂ ਨੂੰ ਖਾਂਦਾ ਹੈ, ਸੁਗੰਧੀ ਦਾ ਵਿਸ਼ਾ ਵੀ ਹੈ। ਸੋ ਜਗਿਆਸੂ ਜਿਹਦੇ 'ਤੇ ਕਿਰਪਾ ਹੋ ਗਈ ਹੈ ਉਹ ਬੇਨਤੀ ਕਰਦਾ ਹੈ ਕਿ ਜਿਹੜੇ ਵਿਸ਼ੇ ਨੇ ਹਰੇਕ ਵਿੱਚ ਹਨ, ਕਿਸੇ ਦੇ ਜਾਂਦੇ ਨਹੀਂ, ਉਤਰਦੇ ਨਹੀਂ, ਕੰਟਰੋਲ ਵਿੱਚ ਨਹੀਂ ਹੁੰਦੇ, ਪਰ ਵਾਹਿਗੁਰੂ ਜੀ ਨੇ ਐਸੀ ਸਾਡੇ 'ਤੇ ਕਿਰਪਾ ਕੀਤੀ ਹੈ। ਸੋ ਜਿਹੜਾ ਇੱਕ ਇੱਕ ਵਿਸ਼ਾ ਇੱਕ ਇੱਕ ਜੀਵ ਨੂੰ ਮਾਰਨ ਦੇ ਸਮਰੱਥ ਸੀ, ਅਤੇ ਉਹ ਪੰਜੇ ਹੀ ਵਿਸ਼ੇ ਸਾਡੇ ਮਨ ਦੇ ਉੱਪਰ ਪਹਿਲਾਂ ਹਾਵੀ ਸਨ, ਸਾਡੀ ਪੇਸ਼ ਨਹੀਂ ਸੀ ਜਾਂਦੇ। ਭਗਤ ਰਵਿਦਾਸ ਜੀ ਨੇ ਇਸ ਬਾਬਤ ਉਚਾਰਨ ਕੀਤਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤ ਗਿਆਸ। ਸਾਡੇ ਬਚਨ ਦੀ ਕੋਈ ਉਮੀਦ ਨਹੀਂ ਸੀ, ਪਰ ਪਰਮਾਤਮਾ ਨੇ ਸਾਡੇ 'ਤੇ ਉਪਕਾਰ ਕੀਤਾ। ਜਿਹੜੇ ਸਾਡੇ ਪੰਜ ਦੋਸ਼ ਸਨ ਅਤੇ ਹੰਗਤਾ ਦਾ ਜਿਹੜਾ ਰੋਗ ਸੀਗਾ, ਸੋ ਕਾਮ ਰੋਗ ਮੈਗਲ ਬਸ ਲੀਨਾ ਅਤੇ ਹਉਮੈ ਰੋਗ ਮਨ ਕੋ ਦੀਨਾ, ਜਿਹੜੇ ਰੋਗ ਸੀ ਵਿਕਾਰਾਂ ਦੇ, ਇਹ ਤਨ ਤੇ ਸਗਲ ਦੂਰ ਕੀਨਾ। ਇਹ ਸਾਰੇ ਹੀ ਵਿਸ਼ੇ ਵਿਕਾਰ ਸਾਡੇ ਸਰੀਰ ਤੋਂ ਵਾਹਿਗੁਰੂ ਜੀ ਨੇ ਦੂਰ ਕਰ ਦਿੱਤੇ, ਭਾਵ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਬੰਧਨ ਤੋਰ ਛੋਰ ਬਿਖਿਆ ਤੇ। ਪਰਮੇਸ਼ਰ ਜੀ ਨੇ ਜਮਨ ਮਨ ਦੇ ਬੰਧਨ ਜੰਜਾਲ ਤੋੜ ਕੇ ਮਾਇਆ ਤੋਂ ਖਹਿੜਾ ਛੁਡਵਾ ਕੇ ਗੁਰ ਕੋ ਸ਼ਬਦ ਮੇਰਾ ਹੀਰਾ ਦੀਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਸਾਡੇ ਹਿਰਦੇ ਵਿੱਚ ਵਸਾ ਦਿੱਤਾ ਹੈ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਪਾਪ ਦੂਰ ਕਰਨ ਲਈ ਕੀਤੇ ਕਰਮ, ਭਾਵ ਤਪ ਅਤੇ ਨਿਸ਼ਚੈ ਨਾਲ ਕੀਤੇ ਕਰਮ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ। ਸੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਰੂਪ ਗੁਰਾਂ ਦੇ ਉਪਦੇਸ਼ ਸਦਕਾ ਮੇਰਾ ਸੋਹਣਾ ਰੂਪ ਅਰ ਅਨਰੂਪ, ਕਰੂਪ ਭਾਵ ਸੁੰਦਰਤਾ ਤੋਂ ਰਹਿਤ ਉਹਨੇ ਕੁਝ ਵੀ ਨਹੀਂ ਵਿਚਾਰਿਆ। ਭਾਵ ਸੁੰਦਰ ਰੂਪ ਤਾਂ ਸਾਡਾ ਹੈ ਹੀ ਨਹੀਂ ਸੀ, ਅਤੇ ਕਰੂਪ ਉਹਨੇ ਦੇਖਿਆ ਹੀ ਨਹੀਂ, ਜਾਂ ਵੇਖ ਕੇ ਅਤੇ ਭੁਲਾ ਦਿੱਤਾ। ਭਾਵ ਕੁਝ ਵਿਚਾਰਿਆ ਹੀ ਨਹੀਂ ਵੀ ਕਰੂਪ ਹੈ। ਇਹ ਵਿਚਾਰ ਨਹੀਂ ਕੀਤੀ ਕਿ ਰੂਪ ਦਿਲ ਦੀ ਸਫਾਈ ਵਾਲਾ ਹੈ ਜਾਂ ਬੇਸਫਾਈ ਵਾਲਾ ਹੈ। ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨਾ। ਮੈਨੂੰ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਪਕੜਿਆ ਹੋਇਆ ਵੇਖ ਕੇ ਹਰੀ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਪ੍ਰੇਮ ਰੰਗ ਦੇ ਵਿੱਚ ਭਿਉਂ ਲਿਆ ਹੈ। ਜਾਂ ਜਦੋਂ ਪਰਮੇਸ਼ਰ ਨੇ ਪ੍ਰੇਮ ਨਾਲ ਮੈਨੂੰ ਪਕੜ ਲਿਆ ਤਾਂ ਆਪ ਵੀ ਹਰੀ ਸਾਡੇ ਪ੍ਰੇਮ ਦੇ ਵਿੱਚ ਭਿੱਜ ਗਿਆ। ਜਾਂ ਮੈਨੂੰ ਗੁਰਾਂ ਨੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਜਾਣ ਕੇ ਪ੍ਰੇਮ ਦੇ ਨਾਲ ਪਕੜ ਕੇ ਉਹਦੇ ਸਰੂਪ ਦੇ ਵਿੱਚ ਏਕਤਾ ਕਰ ਦਿੱਤੀ ਹੈ। ਵੇਖਿਓ ਲਾਲਨ ਪਾਟ ਬੀਚ ਖੋਏ। ਜਿਸ ਵਕਤ ਗੁਰਾਂ ਨੇ ਹਿਰਦੇ ਦੇ ਵਿੱਚੋਂ ਸੋ ਭਰਮ ਪੰਜ ਕੋਸ਼ਾਂ ਰੂਪ ਪਾਠ ਪੜ੍ਹਦੇ ਨੂੰ ਦੂਰ ਕੀਤਾ ਤਾਂ ਵੇਖਿਓ ਲਾਲਣ ਪਿਆਰੇ ਪਰਮੇਸ਼ਰ ਨੂੰ ਵੇਖ ਲਿਆ, ਭਾਵ ਉਸ ਦੀ ਸਾਖਿਆਤਕਾਰ ਹੋ ਗਈ। ਆਨੰਦ ਚੇਤਾ ਹਰ ਖੇ ਪਤੀਨ। ਹਰ ਸੁਖ ਸਰੂਪ ਪਰਮੇਸ਼ਰ ਦੇ ਵਿੱਚ ਭਰੋਸਾ ਹੋਣ ਕਰਕੇ ਚਿੱਤ ਪ੍ਰਸੰਨ ਹੋ ਗਿਆ, ਭਾਵ ਆਨੰਦਿਤ ਹੋ ਗਿਆ। ਤਿਸ ਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਉਸੇ ਪਰਮੇਸ਼ਰ ਦਾ ਹੀ ਸੰਸਾਰ ਰੂਪ ਘਰ
ਜਾਂ ਪ੍ਰਤੱਖ ਕਰ ਜਾਂ ਮੇਰਾ ਹਿਰਦਾ ਰੂਪੀ ਘਰ ਹੈ। ਤੇ ਉਹੀ ਪਰਮੇਸ਼ਰ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨੇ ਵਾਲਾ ਹੈ। ਸੋ ਠਾਕੁਰ ਤਿਸ ਹੀ ਕੋ ਧੀਨਾ, ਉਹੀ ਮੇਰਾ ਮਾਲਕ ਹੈ, ਉਸ ਦੇ ਹੀ ਅਧੀਨ ਮੈਂ ਉਸ ਦਾ ਸੇਵਕ ਹਾਂ। ਜਾਂ ਤਾਂ ਲੋਕੀ ਦਾ ਮਾਲਕ ਹੈ ਅਤੇ ਉਸੇ ਦੇ ਅਧੀਨ ਹੀ ਸਾਰੀ ਸ੍ਰਿਸ਼ਟੀ ਹੈ, ਜਾਂ ਅਸੀਂ ਉਸੇ ਪਰਮੇਸ਼ਰ ਦਾ ਹੀ ਧਿਆਨ ਕਰਦੇ ਭਾਵ ਨੂੰ ਧਿਆਉਂਦੇ ਹਾਂ, ਜਾਂ ਉਸੇ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਅੰਨ ਦਾਣਾ ਖਾਂਦੇ ਹਾਂ। ਟੋਡੀ ਮਹੱਲਾ ਪੰਜਵਾ। ਟੋਡੀ ਰਾਗਨੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਮਾਈ ਇਹ ਮਾਈ, ਇਹ ਭਾਈ ਜਾਂ ਮਾਤਾ ਪਿਤਾ ਦੀ ਤਰ੍ਹਾਂ ਇਹ ਸੰਤ ਜਨੋ, ਮੇਰੇ ਮਨ ਕੀ ਪ੍ਰੀਤ, ਮੇਰੇ ਮਨ ਦੇ ਅੰਦਰ ਵਾਹਿਗੁਰੂ ਨਾਮ ਦੀ ਪ੍ਰੀਤੀ ਲੱਗੀ ਹੋਈ ਹੈ। ਇਹੀ ਕਰਮ ਧਰਮ ਜਪ ਇਹੀ, ਇਹੀ ਮੇਰੇ ਨਿਤ ਨਿਮਿਤ ਪ੍ਰਾਚਿਤ ਕਰਮ ਯੱਗ ਆਦਿ ਕਰਨ ਦਾ ਧਰਮ ਅਤੇ ਇਹੀ ਗਾਇਤਰੀ ਆਦਿਕ ਦਾ ਜਪ ਹੈ। ਰਾਮ ਨਾਮ ਨਿਰਮਲ ਹੈ ਰੀਤ, ਜੋ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਉਜਲ ਮਰਿਆਦਾ ਪ੍ਰਾਪਤ ਹੋਈ ਹੈ, ਇਹੀ ਸਾਡਾ ਨਿਤ ਨਿਮਿਤ ਕਰਮ ਹੈ। ਇਹੀ ਸੋ ਪ੍ਰਾਸ਼ਚਿਤ ਕਰਮ ਯੱਗ ਆਦਿ ਕਰਨ ਦਾ ਧਰਮ ਅਤੇ ਇਹੀ ਗਾਇਤਰੀ ਆਦਿਕ ਮੰਤਰ ਦਾ ਜਾਪ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਪ੍ਰਾਨ ਆਧਾਰ ਜੀਵਨ ਧਨ ਮੂਰੈ, ਪ੍ਰਾਣਾਂ ਦਾ ਆਸਰਾ ਤੇ ਜੀਵਨ ਰੂਪ ਧਨ ਮੇਰਾ ਇਹੀ ਹੈ। ਦੇਖਨ ਕਉ ਦਰਸ਼ਨ ਪ੍ਰਭ ਨੀਤ, ਜੋ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖਣ ਨੂੰ ਨਿਤਾ ਪ੍ਰਤੀ ਮੇਰਾ ਚਿੱਤ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਬਾਟ ਘਾਟ ਤੋਸਾ ਸੰਗ ਮੂਰੈ, ਦੁਨੀਆ ਦੇ ਵਿਹਾਰਾਂ ਜਮਾਂ ਦੇ ਰਸਤੇ ਤੇ ਨਦੀਆਂ ਦਰਿਆਵਾਂ ਦੇ ਘਾਟਾਂ ਜਾਂ ਗਿਆਨ ਆਦਿਕ ਜਾਂ ਬੈਤਰਨੀ ਨਦੀ ਦੇ ਰਸਤਿਆਂ ਵਿੱਚੋਂ ਲੰਘਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਮੇਰੇ ਅੰਤਰਗੁਣ ਪੱਲੇ ਦੇ ਨਾਲ ਖਰਚ ਬੰਨਿਆ ਹੋਇਆ ਹੈ। ਮਨ ਆਪਣੇ ਕਉ ਮੈਂ ਹਰ ਸਖਾ ਕੀਤ, ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਮੈਂ ਆਪ ਦੇ ਮਨ ਦਾ ਮਿੱਤਰ ਬਣਾਉਣਾ ਕੀਤਾ ਹੈ। ਸੰਤ ਪ੍ਰਸਾਦ ਭਈ ਮਨ ਨਿਰਮਲ, ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਮਨ ਆਦਿਕ ਚਾਰੇ ਅੰਤःਕਰਨ ਸ਼ੁੱਧ ਹੋ ਗਏ ਨੇ। ਮਨ ਬੁੱਧ ਚਿਤ ਹੰਕਾਰ ਇਹ ਅੰਤःਕਰਨ ਸ਼ੁੱਧ ਹੋ ਗਏ। ਕਰ ਕਿਰਪਾ ਆਪਣੇ ਕਰ ਲੀਤ, ਹਰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪ ਦੇ ਸੇਵਕ ਬਣਾਉਣਾ ਕੀਤਾ ਹੈ, ਕਰ ਲਿਆ ਹੈ। ਸਿਮਰ ਸਿਮਰ ਨਾਨਕ ਸੁਖ ਪਾਇਆ, ਜੋ ਪ੍ਰਭੂ ਜੀ ਆਦਿ ਸ਼ੁਰੂ ਵਿੱਚ ਤੇ ਮਹਾਰਾਜ ਕਹਿੰਦੇ ਨੇ, ਆਦ ਜੁਗਾਦ ਭਗਤਨ ਕੇ ਮੀਤ, ਆਦ ਮੁੱਢ ਤੋਂ ਹੀ ਤੇ ਯੁਗਾਦ ਸਤਿਯੁਗ ਤ੍ਰੇਤਾ ਦੁਆਪਰ ਕਲ ਯੁਗ ਆਦਿਕ ਚੌਹਾਂ ਯੁਗਾਂ ਦੇ ਵਿੱਚ ਭਗਤਾਂ ਦਾ ਮਿੱਤਰ ਹੈ। ਉਸ ਭਗਤਾਂ ਦੇ ਮਿੱਤਰ ਪ੍ਰਭੂ ਜੀ ਦਾ ਸਿਮਰਨ ਯੋਗ ਸੋ ਪਰਮੇਸ਼ਰ ਦਾ ਸਿਮਰਨ ਕਰਕੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ। ਟੋਡੀ ਮਹੱਲਾ ਪੰਜਵਾ। ਟੋਡੀ ਰਾਗਨੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਪ੍ਰਭ ਜੀ ਇਹ ਪਰਮੇਸ਼ਰ ਜੀ ਮਿਲ ਮੇਰੇ ਪ੍ਰਾਨ, ਤੁਸੀਂ ਮੇਰੇ ਪ੍ਰਾਣ ਸਵਾਸਾਂ ਦਾ ਆਸਰਾ ਰੂਪ ਤੇ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ। ਇਸੇ ਪ੍ਰਕਾਰ ਪ੍ਰਭ ਜੀ ਮਿਲ ਮੇਰੇ ਪ੍ਰਾਨ, ਇਹ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਪਰਮੇਸ਼ਰ ਜੀ ਆਪ ਜੀ ਮੈਨੂੰ ਮਿਲਣਾ ਕਰੋ।
ਬਿਸਰ ਨਹੀਂ ਨਿਮਖ ਹੀਆਰੇ ਤੇ। ਸੋ ਇਹ ਮਹਾਰਾਜ ਇੱਕ ਅੱਖ ਦੇ ਖੋਲ੍ਹਣ ਬੰਦ ਕਰਨ ਜਿੰਨੇ ਸਮੇਂ ਦੇ ਵਿੱਚ ਵੀ ਸਾਨੂੰ ਕਿਰਪਾ ਕਰਕੇ ਭੁੱਲੋ ਨਾ ਜੀ। ਹਮੇਸ਼ਾ ਹੀ ਅਸੀਂ ਤੁਹਾਨੂੰ ਯਾਦ ਰੱਖੀਏ, ਬਿਸਰਤ ਨਾਹੀਂ ਮਨ ਤੇ ਹਰੀ। ਇਹ ਹਰੀ ਸਾਡੇ ਮਨ ਦੇ ਉੱਪਰੋਂ ਆਪ ਕਦੀ ਵੀ ਨਾ ਭੁੱਲੋ। ਸੋ ਮਹਾਰਾਜ ਨੇ ਬੇਨਤੀ ਕਰਨ ਦੀ ਜਾ ਸਿਖਾਈ ਹੈ ਕਿ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚਤ ਨਹੀਂ, ਮੂਹ ਲਾਲਨ ਸਿਉ ਪ੍ਰੀਤ ਬਣੀ। ਰਹਾਉ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚਤ ਨਹੀਂ। ਆਪਣੇ ਭਗਤ ਕਉ ਪੂਰਨ ਦਾਨ। ਆਪ ਦੇ ਭਗਤ ਸੇਵਕ ਨੂੰ ਪੂਰਨ ਸਰੂਪ ਦੀ ਪ੍ਰਾਪਤੀ ਦਾ ਆਨੰਦ ਜਾਂ ਗਿਆਨ ਦਾ ਦਾਨ ਬਖਸ਼ੋ ਕਿ ਮੇਰੇ ਹਿਰਦੇ ਤੋਂ ਇੱਕ ਨਿਮਖ ਮਾਤਰ ਜਿੰਨੇ ਸਮੇਂ ਦੇ ਵਿੱਚ ਵੀ ਕਿਰਪਾ ਕਰਕੇ ਆਪ ਸਾਨੂੰ ਨਾ ਭੁੱਲੋ ਜੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਖੂਬ ਭਰਮ ਰਾਖ ਮੇਰੇ ਪ੍ਰੀਤਮ। ਇਹ ਵਾਹਿਗੁਰੂ ਅਕਾਲ ਪੁਰਖ ਪਿਆਰੇ ਪਰਮੇਸ਼ਰ ਜੀ, ਮੇਰੇ ਹਿਰਦੇ ਵਿੱਚੋਂ 5 ਪ੍ਰਕਾਰ ਦਾ ਭਰਮ ਖੋ ਦਿਓ, ਮੇਟ ਦੇਵੋ, ਅਰ ਮੇਰੀ ਵਿਕਾਰਾਂ ਤੋਂ ਵੀ ਰੱਖਿਆ ਕਰੋ ਜੀ। ਅੰਤਰ ਜਾਮੀ ਸੁਗੜ ਸੁਜਾਨ। ਇਹ ਸਾਰਿਆਂ ਦੇ ਅੰਤਰਜਾਮੀ, ਅੰਦਰ ਦੇ ਜਾਣਨ ਵਾਲੇ, ਸ਼ੁਭ ਗੁਣਾਂ ਦੀ ਸ੍ਰੇਸ਼ਟ ਘਾੜਤਾਂ ਨੂੰ ਕੱਢਣ ਵਾਲੇ, ਸੁਜਾਨ ਉੱਤਮ ਗਿਆਨ ਜਾਂ ਅਪਰੋ ਗਿਆਨ ਦੀ ਦਾਤ ਬਖਸ਼ਣ ਵਾਲੇ, ਇਹ ਮੇਰੇ ਪਿਆਰੇ ਪਰਮੇਸ਼ਰ ਜੀ, ਭਰਮ ਮੇਟ ਕੇ ਤੇ ਵਿਕਾਰਾਂ ਤੋਂ ਮੇਰੀ ਰਕਸ਼ਾ ਕਰੋ ਜੀ। ਹਮਰੀ ਕਰੋ ਹਾਥ ਦੇ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਕੋਟ ਰਾਜ ਨਾਮ ਧਨ ਮੇਰਾ। ਮੇਰੇ ਹਿਰਦੇ ਵਿੱਚ ਆਪ ਜੀ ਦਾ ਨਾਮ ਰੂਪ ਧਨ ਹੀ ਕਰੋੜਾਂ ਰਾਜਾਂ ਦੇ ਸੁਖ ਵਰਗਾ ਹੈ। ਅੰਮ੍ਰਿਤ ਦ੍ਰਿਸ਼ਟ ਧਾਰਹੁ ਪ੍ਰਭ ਮਾਨ। ਇਹ ਪਰਮੇਸ਼ਰ ਜੀ, ਮੇਰੇ ਤੇ ਆਪ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਧਾਰਨ ਕਰੋ ਕਿ ਹਰ ਵਕਤ ਆਪ ਜੀ ਨੂੰ ਅਸੀਂ ਮੰਨਦੇ ਰਹੀਏ ਜਾਂ ਆਪ ਜੀ ਦਾ ਮਾਣ ਸਤਿਕਾਰ ਕਰਕੇ ਹਮੇਸ਼ਾ ਅਸੀਂ ਜਿਉਂਦੇ ਰਹੀਏ। ਸਤਿਗੁਰੂ ਜੀ ਦਾ ਬਚਨ ਹੈ, ਲੋਕ ਵੇਖ ਕੇ ਹੈਰਾਨ ਹੁੰਦੇ ਹਨ ਕਿ ਸਾਨੂੰ ਤਾਂ ਕੋਈ ਬੁਲਾਉਣਾ ਪਸੰਦ ਨਹੀਂ ਕਰਦਾ, ਹਰੇਕ ਵੇਖ ਕੇ ਮੂੰਹ ਪਰਾਂ ਨੂੰ ਕਰ ਲੈਂਦਾ, ਪਰ ਸੰਤਾਂ ਦੇ ਦੁਨੀਆ ਗੋਡੀ ਹੱਥ ਲਾਉਂਦੀ ਹੈ, ਮੱਥਾ ਟੇਕਦੀ ਹੈ, ਉਹਨਾਂ ਦਾ ਰਸਤਾ ਦੇਖਦੀ ਹੈ, ਉਹਨਾਂ ਦੀ ਉਡੀਕ ਦੇ ਵਿੱਚ ਖੜ੍ਹਦੀ ਹੈ, ਲੈਣ ਦੀ ਲਾਈਨ ਲੱਗੀ ਹੁੰਦੀ, ਅਸੀਂ ਈਰਖਾ ਕਰਨ ਲੱਗ ਪੈਂਦੇ ਹਾਂ। ਪਰ ਇਹ ਗੱਲ ਸਮਝਦੇ ਨਹੀਂ ਵੀ ਜਿਨ੍ਹਾਂ ਨੂੰ ਦੁਨੀਆ ਮੱਥਾ ਟੇਕ ਰਹੀ ਹੈ ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੰਨਾ ਸਤਿਕਾਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਸਭ ਦੁਨੀਆ ਉਹਨਾਂ ਦੇ ਵਸ ਅਧੀਨ ਕਰ ਦਿੱਤੀ ਹੈ। ਆਪਾਂ ਤਾਂ ਕਦੀ ਦਰਸ਼ਨ ਕਰਨੇ ਵੀ ਪਸੰਦ ਨਹੀਂ ਕੀਤੇ, ਕਦੀ ਮੱਸਿਆ ਸੰਗਰਾਂਦ ਵੀ ਗੁਰੂ ਘਰ ਫੇਰਾ ਨਹੀਂ ਪਾਇਆ। ਅੱਜ ਕੱਲ੍ਹ ਦੇ ਲੋਕ ਜਿਹੜੇ ਨੇ 4 ਕਿਤਾਬਾਂ ਪੜ੍ਹ ਲੈਂਦੇ ਨੇ, ਬਸ ਸਰਟੀਫਿਕੇਟ ਤਾਂ ਤੁਸੀਂ ਪੈਸੇ ਦਿਓ ਅਤੇ ਭਾਵੇਂ MA ਦਾ ਲੈ ਲਓ, ਮਿਲੂਗਾ ਵੀ ਅਸਲੀ। ਕੁਤਰਾ ਟੋਪੀ ਟਾਪੀ ਪਾ ਕੇ ਫੋਟੋ ਫਾਟੋ ਲਾ ਕੇ ਦੇਣਗੇ, ਭਾਵੇਂ BA ਦਾ ਲੈ ਲਓ। ਅਤੇ ਸਭ ਕੁਛ ਦੁਨੀਆ 'ਚ ਚੱਲਦਾ, ਸਰਟੀਫਿਕੇਟ ਨੇ ਥੋੜ੍ਹਾ ਕੁਛ ਕਰਨਾ ਹੈ। ਗੱਲ ਤਾਂ ਗੁਣ ਹੋਣੇ ਚਾਹੀਦੇ ਨੇ। ਇਹ ਜੋ ਸਾਡੀ ਕਲਾਸ ਹੈ ਇਹਦੇ ਵਿੱਚ ਪੜ੍ਹਾਈ ਦੀ ਇੰਨੀ ਅਹਿਮੀਅਤ ਨਹੀਂ ਹੈ। ਜੇ ਕੋਈ ਬੰਦਾ ਪੁੱਛੇ ਵੀ ਕਬੀਰ ਜੀ ਨੇ ਕਿਹੜੀ MA ਕੀਤੀ ਸੀਗੀ, ਪਰ MA ਵਾਲਾ ਮੁੰਡਾ ਉਹਨਾਂ ਦੀ ਬਾਣੀ ਦਾ ਪਾਠ ਵੀ ਨਹੀਂ ਕਰ ਸਕਦਾ, ਇੰਨੀ ਮਹਿੰਗੀ ਬਾਣੀ ਹੈ, ਅਰਥ ਕਰਨੇ ਤਾਂ ਬਹੁਤ ਦੂਰ ਦੀ ਬਾਤ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹੜੇ ਰਾਗੀ ਕੋਲੋਂ ਰਾਗ ਸਿੱਖੇ ਸੀਗੇ? ਅੱਜ ਕੱਲ੍ਹ ਤਾਂ
ਹਰੇਕ ਜਗ੍ਹਾ 'ਤੇ ਟਿਊਸ਼ਨਾਂ ਚੱਲ ਰਹੀਆਂ ਨੇ। ਸਰਕਾਰ ਦੇ ਵੱਲੋਂ ਵੀ ਸੰਗੀਤ ਵਿਦਿਆਲਿਆਂ ਦਾ ਪ੍ਰਬੰਧ ਕੀਤਾ ਹੋਇਆ 71 ਸੈਕਟਰ 1/34 ਦੇ ਵਿੱਚ ਹੈ। ਜੇ ਕੋਈ ਪੁੱਛੇ ਵੀ ਗੁਰੂ ਰਾਮਦਾਸ ਮਹਾਰਾਜ ਨੇ ਕਿਹੜੇ ਰਾਗੀ ਕੋ ਰਾਗ ਸਿੱਖੇ ਸੀਗੇ, ਕਿੱਥੇ ਉਹਨਾਂ ਕਿਹੜੇ ਸਕੂਲ 'ਚ ਜਾ ਕੇ ਇਨਾਮ ਦਰਜ ਕਰਾਇਆ, ਕਿਹੜੇ ਕਾਲਜ 'ਚੋਂ ਡਿਗਰੀ ਲਈ, ਪਰ ਬਾਣੀ ਉਹਨਾਂ ਦੀ ਪੜ੍ਹ ਕੇ ਵੇਖੋ ਕਿੰਨੀ ਵੈਰਾਗ, ਪਿਆਰ ਅਤੇ ਮਿਠਾਸ ਅਤੇ ਕਲਾਕਾਰੀ ਸੰਗੀਤ ਦੇ ਵਿੱਚ ਭਿੱਜੀ ਹੋਈ ਹੈ। ਹਰਿ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵਟੀ ਲਾਇਆ ਕੰਚਨ ਸੋ ਮਿੰਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਮਿੰਨਾ, ਜੈ ਨਾਨਕ ਮੁਸਕ ਚਕੋਲਿਆ ਸਭ ਜਨਮ ਧਨ ਧੰਨਾ। ਖੰਡ ਪਾਉਣ ਦੀ ਲੋੜ ਹੀ ਨਹੀਂ, ਬਿਨਾਂ ਹੀ ਖੰਡ ਤੋਂ ਬਾਣੀ ਮਿੱਠੀ ਹੈ। ਜਿਵੇਂ ਅੰਮ੍ਰਿਤ ਹੈ, ਦੁੱਧ ਨੂੰ ਵੀ ਅੰਮ੍ਰਿਤ ਆਖਿਆ ਗਿਆ ਹੈ। ਜਿਹੜੇ ਸਿਆਣੇ ਨੇ ਉਹ ਦੁੱਧ 'ਚ ਮਿੱਠਾ ਨਹੀਂ ਪਾਉਂਦੇ, ਜਿਹੜਾ ਆਪ ਹੀ ਮਿੱਠਾ। ਖੰਡ ਤਾਂ ਹੈ ਹੀ ਜ਼ਹਿਰ ਹੈ, ਕੈਮੀਕਲ ਦੇ ਨਾਲ ਚਿੱਟੀ ਕੀਤੀ ਹੋਈ ਹੈ। ਅਤੇ ਇਸ ਵਾਸਤੇ ਦੁੱਧ ਆਪਣੇ ਆਪ ਜੀ ਮਿਠਾਸ ਵਾਲਾ, ਨਾਲੇ ਤਾਕਤ ਵਾਲਾ ਹੈ। ਇਹ ਉਹ ਮਹਾਰਾਜ ਦੀ ਬਾਣੀ ਖੁਦ ਬ ਖੁਦ ਮਿੱਠੀ ਹੈ, ਉਹਨੂੰ ਬਾਹਰੀ ਖੰਡ ਦੀ ਲੋੜ ਨਹੀਂ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਬੀਤੀ ਤਿਸ ਮੋਖ ਦੁਆਰ। ਜਿਨ੍ਹਾਂ ਮਹਾਂਪੁਰਖਾਂ ਨੇ ਐਸੇ ਗੁਰੂਆਂ ਦੀ ਬਾਣੀ ਪੜ੍ਹੀ ਹੈ, ਸਤਿਕਾਰ ਕਰਨਾ ਇੱਕ ਕੇਵਲ ਮੱਥਾ ਟੇਕਣਾ ਹੀ ਜਾਂ ਰੁਮਾਲੇ ਚੜਾਉਣਾ ਨਹੀਂ ਹੈ। ਸਤਿਕਾਰ ਸਭ ਤੋਂ ਉੱਤਮ ਇਹ ਹੈ ਕਿ ਜਿਸ ਘਰ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਹੈ, ਘੱਟ ਤੋਂ ਘੱਟ ਇੱਕ ਸ੍ਰੀ ਸਹਿਜ ਪਾਠ ਦਾ 30-31 ਦਿਨਾਂ ਦੇ ਵਿੱਚ ਜਾਂ 40 ਦਿਨਾਂ ਦੇ ਵਿੱਚ ਭੋਗ ਪਾਇਆ ਜਾਵੇ। 40 ਦਿਨ ਦੇ ਹਿਸਾਬ ਨਾਲ 36 ਅੰਗ ਬਣਦੇ ਨੇ। ਜੇ ਮਹੀਨੇ ਬਾਅਦ ਸੰਗਰਾਂਦ ਦੀ ਸੰਗਰਾਂਦ ਪਾਓ ਤਾਂ 50 ਅੰਗ ਬਣਦੇ ਨੇ, ਬਹੁਤੇ ਜ਼ਿਆਦਾ ਨਹੀਂ ਹਨ। ਇਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਨਿਤਨੇਮ ਕਰੀਏ, ਇਹੀ ਸਤਿਕਾਰ ਹੈ। ਕਈ ਮੇਰੇ ਵਰਗੇ ਗੁਟਕੇ ਪੋਥੀਆਂ ਰੱਖ ਕੇ ਅਤੇ ਉਹਦੇ ਤੋਂ ਮਿੱਟੀ ਵੀ ਨਹੀਂ ਝਾੜਦੇ ਹਨ, ਰੁਮਾਲੇ ਵੀ ਨਹੀਂ ਧੋਂਦੇ ਹਨ, ਵਿੱਚ ਚੂਹੀਆਂ ਤੁਰੀਆਂ ਫਿਰਦੀਆਂ, ਮੱਖੀਆਂ ਬੈਠਦੀਆਂ ਰਹਿੰਦੀਆਂ, ਉਹ ਸਤਿਕਾਰ ਨਹੀਂ ਹੈ। ਗੁਰਬਾਣੀ ਨੂੰ ਪੜ੍ਹਨਾ ਉੱਤਮ ਸਤਿਕਾਰ ਹੈ। ਜਿਹੜੇ ਗੁਰਦੁਆਰਿਆਂ 'ਚ ਪਾਵਨ ਸਰੂਪ ਹਨ, ਜੇ 5 ਸਰੂਪ ਨੇ ਅਤੇ 5 ਵਾਰੀ ਪ੍ਰਕਾਸ਼ ਹੋਣ, ਅਤੇ ਇੱਕ ਨਰਮ ਜਿਹਾ ਬਸਤਰ ਲੈ ਕੇ ਵਾਰੀ ਸਭਨਾਂ ਦੀ ਇਕੱਲੇ ਪੱਥਰੇ ਨੂੰ ਥੱਲ ਕੇ ਸੇਵਾ ਕੀਤੀ ਜਾਏ, ਘੱਟ ਤੋਂ ਘੱਟ ਹਫ਼ਤੇ ਨਹੀਂ ਤਾਂ ਮਹੀਨੇ ਬਾਅਦ ਤਾਂ ਜ਼ਰੂਰੀ ਹੈ। ਸੋ ਇੰਝ ਜਿਨ੍ਹਾਂ ਸੰਤਾਂ ਨੇ, ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਰੂਪ ਗੁਰਬਾਣੀ ਦਾ ਸਤਿਕਾਰ ਕੀਤਾ ਹੈ। ਸਤਿਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸੱਚੇ ਪਾਤਸ਼ਾਹ ਨੂੰ ਜਿੰਨਾ ਵੀ ਕੋਈ ਮੱਥਾ ਟੇਕੇ, ਜਿੰਨੀਆਂ ਪਰਿਕਰਮਾ ਕਰੇ, ਅਤੇ ਉਹਦੇ ਤੋਂ ਕਈ ਗੁਣਾ ਵੱਧ ਮਹਾਰਾਜ ਦੁਨੀਆ ਕੋਲੋਂ ਮੱਥੇ ਟਿਕਾ ਦਿੰਦਾ ਹੈ। ਇੰਝ ਜੇ ਕੋਈ ਆਪਣਾ ਸਤਿਕਾਰ ਜਾਂ ਆਪਣੀ ਇੱਜ਼ਤ ਚਾਹੁੰਦਾ ਹੈ, ਉਹ ਓਨੀ ਹੀ ਗੁਰੂ ਸਾਹਿਬ ਦੀ ਇੱਜ਼ਤ ਕਰੇ, ਓਨਾ ਹੀ ਮਹਾਰਾਜ ਦਾ ਵੱਧ ਸਤਿਕਾਰ ਕਰੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ हे ਮਹਾਰਾਜ ਸੱਚੇ ਪਾਤਸ਼ਾਹ, ਕੋਟ ਰਾਜ ਨਾਮ ਧਨ ਮੇਰਾ। ਜੋ ਵਾਹਿਗੁਰੂ ਜੀ ਨੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਬਖਸ਼ਿਆ, ਇਹੀ ਕਰੋੜਾਂ ਰਾਜਾਂ ਦੀ ਸੰਪਤੀ ਦੇ ਸੁਖ ਵਰਗਾ ਹੈ। ਅੰਮ੍ਰਿਤ ਦ੍ਰਿਸ਼ਟ ਧਾਰੂ ਪ੍ਰਭ ਮਾਨ। ਇਹ ਪਰਮੇਸ਼ਰ ਜੀ ਮੇਰੇ 'ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਧਾਰਨਾ ਕਰੋ ਕਿ ਹਰ ਵਕਤ ਆਪ ਜੀ ਨੂੰ ਅਸੀਂ ਮੰਨਦੇ ਰਹੀਏ, ਹਰ ਵਕਤ ਆਪ ਜੀ ਦਾ ਸਤਿਕਾਰ ਕਰਕੇ ਜਿਉਂਦੇ ਰਹੀਏ। ਹਰ ਵਕਤ ਇਹ ਸਤਿਕਾਰ ਇਹ ਹੈ ਕਿ ਜਿਸ ਵੀ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਹੈ, ਉੱਥੇ ਸ੍ਰੀ ਚੌਰ ਸਾਹਿਬ ਦੀ ਸੇਵਾ
ਕੰਪਲਸਰੀ ਹੈ। ਅਸੀਂ ਕਰੀਏ ਭਾਵੇਂ ਨਾ ਕਰੀਏ, ਪਰ ਚੌਰ ਸਾਹਿਬ ਦੀ ਸੇਵਾ ਜ਼ਰੂਰੀ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੇਟਾ ਬਹੁਤ ਜ਼ਿਆਦਾ ਘੱਟ ਹੈ। ਕੋਈ ਮਾੜੀ ਮੋਟੀ ਨਿਆਣਿਆਂ ਦੀ ਕਿਤਾਬ ਵੀ ਖਰੀਦਣੀ ਹੋਏ ਤੇ ਤਾਂ ਵੀ ਪਤਾ ਲੱਗ ਜਾਂਦਾ, ਜਦੋਂ ਜੇਬ 'ਚੋਂ ਮਾਇਆ ਜਾਂਦੀ ਹੈ। ਉਸ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਬੜੀ ਘੱਟ ਹੈ। ਪਹਿਲਾਂ ਤਾਂ ਦੁਕਾਨਾਂ ਦੇ ਉੱਪਰ ਊਂ ਰੈਕਾਂ ਦੇ ਵਿੱਚ ਹੀ ਮਹਾਰਾਜ ਸਾਹਿਬ ਦੀ ਅਸਵਾਰੀ ਬਿਰਾਜਮਾਨ ਹੋਈ ਰਹਿੰਦੀ। ਦੁਕਾਨਾਂ ਦੇ ਵਿੱਚ ਹੀ ਜਿਹੜਾ ਮਰਜ਼ੀ ਜਾਂਦਾ 500 ਰੁਪਈਆ ਦੇ ਕੇ ਤੇ ਲੈ ਆਉਂਦਾ। ਤੇ ਹੁਣ ਵੀ ਭੇਟਾ ਕੋਈ ਇੰਨੀ ਜ਼ਿਆਦਾ ਨਹੀਂ ਹੈ। ਜਿਹੜਾ ਮਰਜ਼ੀ ਥੋੜ੍ਹੀ ਜਿਹੀ ਭੇਟਾ ਦੇ ਕੇ ਤੇ ਮਹਾਰਾਜ ਨੂੰ ਲਿਆ ਸਕਦਾ। ਉਹ ਜਿਹੜੇ ਸੈਨਾ ਸੂਨਾਂ ਵਾਲੀ ਕਾਰਵਾਈ ਹੈ, ਉਹ ਵੀ ਰਾਜਨੀਤਿਕ ਸਿਫਾਰਸ਼ੀ ਬੰਦੇ ਬੜਾ ਕੁਛ ਕਰ ਲੈਂਦੇ ਨੇ। ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੈ, ਇਹਦੀ ਭੇਟਾ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਇਕੱਲਾ ਬੰਦਾ ਭੇਟਾ ਦੇ ਹੀ ਨਾ ਸਕੇ। ਸਾਰੀ ਸੰਗਤ ਮਿਲ ਕੇ ਤੇ ਫਿਰ ਭੇਟਾ ਦੇ ਕੇ ਗੁਰੂ ਮਹਾਰਾਜ ਦੀ ਪ੍ਰਾਪਤੀ ਹੋਵੇ। ਹਰ ਸਿਸਟਮ ਇੰਨਾ ਔਖਾ ਅਤੇ ਕਠਿਨ ਹੋਣਾ ਚਾਹੀਦਾ ਹੈ ਕਿ ਲੱਗ ਪਤਾ ਜਾਏ ਜਿਹਨੇ ਮਹਾਰਾਜ ਦਾ ਸਰੂਪ ਲੈਣਾ ਹੈ, ਪੂਰੀ ਉਹਦੀ ਤਫਸ਼ੀਸ਼, ਉਹਦੀ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਪੂਰੇ ਅਸਥਾਨ ਦੀ ਸਾਰਾ ਕੁਝ ਵੇਖ ਚਾ ਕੇ ਫਿਰ ਗੁਰੂ ਮਹਾਰਾਜ ਦਾ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ। ਘਰੋਂ ਘਰੀ ਗੁਰੂ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਅਸੀਂ ਕਰ ਤਾਂ ਲੈਂਦੇ ਹਾਂ, ਕਈ ਲੋਕ ਟੈਚੀਆਂ 'ਚ ਪਾ ਕੇ ਤੁਰੇ ਫਿਰਦੇ ਨੇ। ਅਤੇ ਸਭ ਤੋਂ ਪਹਿਲਾਂ ਜਿਸ ਬਾਬੇ ਨੇ ਆਪਣਾ ਪਖੰਡ ਚਲਾਉਣਾ ਹੋਵੇ, ਉਹ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਦਾ। ਕੋਈ ਇਹਦਾ ਕਾਨੂੰਨ ਨਹੀਂ ਬਣਿਆ ਅਜੇ ਤੱਕ। ਮਤਲਬ ਕੋਈ ਪੁੱਛ ਨਹੀਂ ਸਕਦਾ ਭਾਈ ਤੂੰ ਆਪਣੇ ਘਰ 'ਚ ਮਹਾਰਾਜ ਕਿਉਂ ਰੱਖਿਆ ਹੈ। ਕੋਈ ਉਹਦੀ ਕਾਰਵਾਈ ਨਹੀਂ ਹੈ। ਕੋਈ ਜੇ ਸਤਿਕਾਰ ਕਰੇ ਭਾਵੇਂ ਨਾ ਕਰੇ, ਉਹਦੇ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੈ। ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਤੂੰ ਰੁਮਾਲੇ ਨਹੀਂ ਚੱਜ ਦੇ ਲਾਏ, ਇਹ 'ਤੇ ਮਿੱਟੀ ਘੱਟਾ ਕਿਉਂ ਪਿਆ। ਕਈਆਂ ਸੰਦੂਕ 'ਚ ਸਾਂਭੇ ਹੋਏ ਨੇ। ਆਖੇ ਜੇ ਬਾਬਾ ਘਰੋਂ ਚਲਾ ਗਿਆ, ਲੋਕਾਂ ਦੇ ਮਨ 'ਚ ਭਰਮ ਹੈ, ਪਤਾ ਨਹੀਂ ਸਾਡਾ ਸਭ ਕੁਝ ਹੀ ਚਲਾ ਜਾਣਾ। ਇਹ ਭੁਲੇਖਾ ਹੈ। ਜੇ ਬਾਬੇ ਨੂੰ ਸਹੀ ਜਗ੍ਹਾ 'ਤੇ ਉਹਦੇ ਅਸਥਾਨ 'ਤੇ ਪਹੁੰਚਾਵਾਂਗੇ, ਸੋਹਣੇ ਬੜੇ ਸੁੱਖ ਆਸਣ ਵਾਲੇ ਕਮਰੇ ਸਾਹਿਬ ਗੁਰੂ ਘਰ ਵਿੱਚ, ਉਹਦੇ ਨਾਲ ਸਾਡਾ ਕੋਈ ਨੁਕਸਾਨ ਨਹੀਂ, ਸਾਡਾ ਭਲਾ ਹੋਵੇਗਾ। ਤੋ ਮਹਾਰਾਜ ਦਾ ਪ੍ਰਕਾਸ਼ ਕਰ ਲੈਣਾ ਬਹੁਤ ਸੁਖਾਲਾ ਹੈ। ਜਿਹੜਾ ਵੀ ਉੱਠਦਾ ਹੈ ਮੇਰੇ ਵਰਗਾ, ਉਹ ਚੱਪਾ ਕੇ ਜ਼ਮੀਨ ਲੈ ਕੇ ਤੇ ਗੁਰਦੁਆਰਾ ਬਣਾ ਘਾਤਾ, ਨਾ ਕੋਈ ਉੱਥੇ ਸੁੱਖ ਆਸਣ ਅਤੇ ਨਾ ਕੋਈ ਉੱਥੇ ਬਹਿਣ ਦੀ ਜਗ੍ਹਾ, ਨਾ ਖਲੋਣ ਦੀ ਜਗ੍ਹਾ, ਨਾ ਕੋਈ ਲੰਗਰ ਦੀ ਪ੍ਰੋਵੀਜ਼ਨ। ਨਿੱਕੀ ਜਿਹੀ ਜਗ੍ਹਾ ਜਿੱਥੇ ਹਵਾ ਵੀ ਨਾ ਆਵੇ। ਅਤੇ ਫਿਰ ਮਹਾਰਾਜ ਦਾ ਪ੍ਰਕਾਸ਼ ਕਰਕੇ ਕੋਈ ਸੇਵਾਦਾਰ ਨਹੀਂ ਆਪਾਂ ਰੱਖ ਸਕਦੇ, ਕੋਈ ਗ੍ਰੰਥੀ ਨਹੀਂ ਰੱਖ ਸਕਦੇ। ਜੇ ਰੱਖੇ ਵੀ ਨੇ ਅਤੇ ਉਹਨਾਂ ਦੀ ਲੋੜ ਨਾ ਪੂਰੀ ਹੋਣ ਕਰਕੇ ਉਹ ਪੂਰਾ ਪਹਿਰਾ ਨਹੀਂ ਦਿੰਦੇ। ਅਤੇ ਨਗਰ ਨਿਵਾਸੀਆਂ ਦੇ ਮਨ ਦੇ ਵਿੱਚ ਵੀ ਇਤਨਾ ਪਿਆਰ ਨਹੀਂ ਹੁੰਦਾ ਹੈ ਕਿ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਨ। ਕਿਉਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਘੱਟ ਤੋਂ ਘੱਟ ਇੱਕ ਸਹਿਜ ਪਾਠ ਤਾਂ ਜ਼ਰੂਰੀ ਹੈ, ਭਾਵੇਂ ਗੁਰੂ ਘਰ ਹੈ ਅਤੇ ਭਾਵੇਂ ਘਰ ਹੈ। ਅਤੇ ਬਾਕੀ ਚੌਰ ਸਾਹਿਬ ਦੀ ਸੇਵਾ ਅਤੀ ਜ਼ਰੂਰੀ ਹੈ। ਜ਼ਰੂਰੀ ਤਾਂ ਜਿੰਨਾ ਚਿਰ ਪ੍ਰਕਾਸ਼ ਓਨਾ ਚਿਰ ਹੀ ਹੈ, ਪਰ ਜਿੰਨਾ ਚਿਰ ਗੁਰੂ ਘਰ ਖੁੱਲ੍ਹਾ ਹੈ, ਸੰਗਤ ਆਉਂਦੀ ਜਾਂਦੀ ਹੈ, ਉਹਨਾਂ ਚਿਰ ਚੌਰ ਸਾਹਿਬ ਦੀ ਸੇਵਾ ਜ਼ਰੂਰੀ ਹੈ। ਜੇ ਸੰਗਤ ਦੀ ਆਵਾਜਾਈ ਨਹੀਂ ਹੈ ਤਾਂ ਫਿਰ ਲੌਕ ਹੋਣਾ ਚਾਹੀਦਾ, ਤਾਂ ਕਿ ਕੋਈ ਗੈਰ ਬੰਦਾ ਬਿਨੇ ਪੁੱਛੇ ਤੋਂ ਆਵੇ ਜਾਵੇ ਨਾ। ਅਸੀਂ ਖਿਆਲ ਨਹੀਂ ਰੱਖਦੇ, ਜਿਹੜਾ ਮਰਜ਼ੀ ਕੋਈ ਆ ਸਕਦਾ, ਜਿਹੜਾ ਮਰਜ਼ੀ ਜਾ ਸਕਦਾ ਹੈ, ਕੋਈ ਪੁੱਛ ਗਿੱਛ ਨਹੀਂ ਹੈ। ਇਸ ਲਈ ਕਈ ਵਾਰ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਗੁਰੂ ਜੀ ਦੇ ਸਤਿਕਾਰ ਦੇ ਵਿੱਚ ਫਰਕ ਪੈ ਜਾਂਦਾ।
ਇਉਂ ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਦਾ ਸਤਿਕਾਰ ਮੇਰੇ ਹਿਰਦੇ ਵਿੱਚ ਵਸਾ ਦਿਓ ਜੀ। ਅੰਮ੍ਰਿਤ ਦ੍ਰਿਸ਼ ਧਾਰੋ, ਆਪ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਸਾਡੇ 'ਤੇ ਪਾਉਣਾ ਕਰੋ ਜੀ। ਅਤੇ ਪ੍ਰਭ ਮਾਣ, ਅਸੀਂ ਆਪ ਜੀ ਦੇ ਮਾਣ ਸਤਿਕਾਰ ਕਰਕੇ ਹਮੇਸ਼ਾ ਹੀ ਜਿਉਂਦੇ ਰਹੀਏ, ਤਾਂ ਕਿ ਸਾਡੀ ਵੀ ਚੜ੍ਹਦੀ ਕਲਾ ਰਹੇ। ਆਠ ਪਹਿਰ ਰਸਨਾ ਗੁਣ ਗਾਵੈ, ਰਸਨਾ ਜ਼ਬਾਨ ਕਰਕੇ ਅੱਠੇ ਪੈਰ ਤੁਹਾਡੇ ਗੁਣਾਂ ਨੂੰ ਹਮੇਸ਼ਾ ਹੀ ਗਾਉਂਦੇ ਰਹੀਏ। ਜਸ ਪੂਰ ਅਗਾਵ ਹੈ ਸਮਰੱਥ ਕਾਨ, ਹਰ ਹੇ ਸਰਵ ਸ਼ਕਤੀਮਾਨ ਪਰਮੇਸ਼ਰ ਜੀ, ਮੇਰੇ ਕੰਨ ਆਪ ਜੀ ਦਾ ਜਸ ਕੀਰਤਨ ਸੁਣ ਕੇ ਪੂਰਨ ਤ੍ਰਿਪਤ ਹੋ ਜਾਣ, ਜਾਂ ਆਪ ਜੀ ਦਾ ਜਸ ਸੁਣ ਕੇ ਪੂਰੇ ਰਹਿਣ, ਭਾਵ ਕਿਸੇ ਦੀ ਨਿੰਦਿਆ ਉਸਤਤ ਨਾ ਸੁਣੀਏ। ਸਾਡੇ ਕੰਨਾਂ ਦੇ ਵਿੱਚ ਕਿਸੇ ਦੀ ਨਿੰਦਿਆ ਨਾ ਪਾਈ, ਕਿਸੇ ਦੀ ਉਸਤਤੀ ਨਾ ਪਾਈ। ਦੁਨੀਆ ਦਾ ਸੁਭਾਵ ਹੈ, ਮੇਰੀ ਤੁਹਾਡੇ ਨਾਲ ਨਹੀਂ ਬਣੀ ਅਤੇ ਨਾ ਹੀ ਬਣਨ ਦੇ ਚਾਂਸ ਨੇ। ਜਿੱਥੇ ਖਲੋਵਾਂਗਾ ਤੁਹਾਡੀ ਨਿੰਦਿਆ ਕਰਾਂਗਾ। ਜਿਹਦੇ ਨਾਲ ਮੇਰੀ ਬਣੀ ਹੋਈ ਹੈ ਉਹਦੇ ਮੈਂ ਗੁਣ ਗਾਉਂਦੇ ਨਹੀਂ ਥੱਕਾਂਗਾ ਵੀ ਉਹ ਫਲਾਣਾ ਬੰਦਾ ਚੰਗਾ ਫਲਾਣਾ ਮਾੜਾ। ਮਤਲਬ ਸਾਡਾ ਸੁਭਾਵ ਹੈ, ਜਿਹਦੇ ਨਾਲ ਸਾਡਾ ਸੁਭਾਅ ਮੇਲ ਨਹੀਂ ਖਾਂਦਾ ਆਪਾਂ ਉਹਦੀ ਨਿੰਦਿਆ ਕਰਦੇ ਹਾਂ, ਅਤੇ ਜਿਹਦੇ ਨਾਲ ਸੁਭਾਅ ਮਿਲ ਜਾਂਦਾ ਉਹਦੀ ਉਸਤਤੀ ਕਰਦੇ ਥੱਕਦੇ ਨਹੀਂ। ਬਲਕਿ ਗੁਣ ਅਤੇ ਔਗਣ ਹਰੇਕ ਇਨਸਾਨ ਦੇ ਵਿੱਚ ਮੌਜੂਦ ਹਨ, ਸਾਡੇ 'ਚ ਵੀ ਨੇ, ਪਰ ਸਾਨੂੰ ਖੁਦ ਆਪ ਦਾ ਪਤਾ ਨਹੀਂ ਹੈ, ਸਾਡਾ ਪਤਾ ਦੂਸਰਿਆਂ ਨੂੰ ਹੈ। ਤੋ ਮਹਾਰਾਜ ਨੇ ਹੁਕਮ ਕੀਤਾ ਹੈ ਵੀ ਜੇ ਇਸੇ ਕੰਮ 'ਚ ਹੀ ਲੱਗੇ ਰਹੋ, ਫਿਰ ਬਾਣੀ ਕਦ ਪੜ੍ਹੋਗੇ, ਸਿਮਰਨ ਕਦ ਕਰੋਗੇ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਭਾਨਾ। ਗੁਰੂ ਘਰ ਦੀ ਮਰਯਾਦਾ ਹੈ ਕਿ ਫਜ਼ੂਲ ਦੀ ਸੋ ਜ਼ਬਾਨ ਕਸਾਈ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਅਤੇ ਉਸਤਤੀ ਦੇ ਵਿੱਚ ਆਪਣਾ ਸਮਾਂ ਖਰਾਬ ਨਹੀਂ ਕਰਨਾ ਹੈ। ਉਸਤਤ ਕਰ ਕਰ ਜੀਵਾਂ, ਜੇ ਉਸਤਤੀ ਕਰਨੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਰਨੀ ਹੈ, ਅਤੇ ਜਾਚ ਸਿੱਖਣੀ ਹੈ ਕਰਨ ਦੀ। ਕੋਈ ਸਾਖੀ ਸਾਨੂੰ ਯਾਦ ਹੋਣੀ ਚਾਹੀਦੀ ਹੈ, ਕੋਈ ਮਹਾਰਾਜ ਦਾ ਸ਼ਬਦ ਜਿੱਥੇ ਬੈਠੀਏ ਗੁਰੂ ਸਾਹਿਬ ਜੀ ਦੀ ਗੱਲ ਤੋਰ ਲਈਏ। ਤੋ ਇਸ ਤਰ੍ਹਾਂ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਕਿਸੇ ਬੰਦੇ ਦੇ ਗੁਣ ਨਹੀਂ ਗਾਉਣੇ, ਕਿਸੇ ਬੀਬੀ ਦੇ ਗੁਣ ਨਹੀਂ ਗਾਉਣੇ। ਅੱਜ ਕੱਲ੍ਹ ਇੱਕੋ ਹੀ ਕੰਮ ਹੈ ਬਸ ਗਾਉਣ ਵਜਾਉਣ ਦਾ ਹੀ। ਅਤੇ ਮਹਾਰਾਜ ਕਹਿੰਦੇ ਨੇ ਵੀ ਜੇ ਗੁਣ ਗਾਉਣੇ ਨੇ ਤਾਂ ਵਾਹਿਗੁਰੂ ਦੇ ਗਾਉਣੇ ਹਨ। ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਖੋਂ, ਤੂੰ ਠਾਕੁਰ ਊਚ ਭਗਵਾਨ। ਜੇ ਗੁਣ ਗਾਵਾਂਗੇ ਤਾਂ ਕੀ ਹੋਵੇਗਾ? ਦੁਨੀਆ ਦੇ ਗੁਣ ਗਾਉਣ ਤੋਂ ਮਨ ਫਿੱਕਾ ਪਵੇਗਾ। ਸੋ ਕਈ ਵਾਰ ਦੁੱਖ ਲੱਗੇਗਾ ਵੀ ਮੈਂ ਤਾਂ ਉਹਨੂੰ ਚੰਗਾ ਕਹਿੰਦਾ ਰਿਹਾ, ਅਤੇ ਪਰ ਉਹਨੇ ਮੇਰੇ ਨਾਲ ਧੋਖਾ ਕੀਤਾ ਹੈ। ਪਹਿਲਾਂ ਹੀ ਉਨੀ ਆਸ ਨਾ ਰੱਖੋ। ਕਬੀਰ ਜੀ ਨੇ ਆਖਿਆ, ਕਬੀਰ ਆਸਾ ਕਰੀਏ ਰਾਮ ਕੀ, ਉਨੀ ਕੁ ਰੱਖੋ ਜਿੰਨੀ ਕੁ ਰਸ ਬਣਿਆ ਰਹੇ। ਮਾਨੋ ਕੀ ਟੇਕ ਵਰਤੀ ਸਭ ਜਾਣ। ਸੋ ਜੇ ਵਾਹਿਗੁਰੂ ਦੇ ਗੁਣ ਗਾਵਾਂਗੇ, ਦੁਨੀਆ ਦੇ ਗੁਣ ਗਾਉਣ ਤੋਂ ਮਨ ਫਿੱਕਾ ਪਏਗਾ। ਜੇ ਵਾਹਿਗੁਰੂ ਦੇ ਗੁਣ ਗਾਵਾਂਗੇ ਤਾਂ ਗੁਣ ਗਾਵਤ ਹੋਵਤ ਪ੍ਰਗਾਸ, ਮਨ 'ਚ ਬ੍ਰਹਮ ਗਿਆਨ ਦਾ ਚਾਨਣ ਹੋਵੇਗਾ। ਇਸ ਲਈ ਇੱਕੋ ਜਪ ਇੱਕੋ ਸਾਲਾਹੇ, ਇੱਕ ਵਾਹਿਗੁਰੂ ਦਾ ਹੀ ਜਾਪ ਜਪੋ, ਇੱਕ ਪਰਮਾਤਮਾ ਦੀ ਹੀ ਸਲੋਤਾ ਕਰੋ, ਇੱਕ ਵਾਹਿਗੁਰੂ ਦੀ ਸਿਫਤ ਕਰੋ। ਸਿਫਤ ਕਰੀ ਦੀ ਹੈ ਇਕੱਲੇ ਬੈਠ ਕੇ, ਸਲੋਤਾ ਕਰੀ ਦੀ ਹੈ ਜਿਸ ਤਰ੍ਹਾਂ ਹੁਣ ਆਪਾਂ ਕਥਾ ਕਰ ਰਹੇ ਹਾਂ, ਸਾਰਿਆਂ ਨੇ ਮਿਲ ਕੇ ਕਰਨੀ, ਉਹਨੂੰ ਕਹਿੰਦੇ ਸਿਫਤ ਸਲਾਹ। ਇੰਝ ਅੰਤ ਨਾ ਸਿਫਤੀ ਕਹਿਣ ਨਾ ਅੰਤ। ਸੋ ਇੰਝ ਮਹਾਰਾਜ ਦੀ ਸਿਫਤ ਸਲਾਹ ਦੇ ਵਿੱਚ ਹਮੇਸ਼ਾ ਜੁੜੇ ਰਹੀਏ, ਔਰ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੇ ਹੀ ਧਰਮਾਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ।
ਕੀ ਕਾਰਨ ਹੈ ਵੀ ਸਿਵਾਏ ਪਰਮੇਸ਼ਰ ਦੇ ਗੁਣਾਂ ਤੋਂ ਉੱਥੇ ਕੁਛ ਵੀ ਨਹੀਂ ਬੋਲਿਆ ਜਾਂਦਾ। ਭਾਈ ਮਨੀ ਸਿੰਘ ਸਾਹਿਬ ਜੀ ਭਾਵੇਂ ਉੱਥੇ ਕਥਾ ਕਰਿਆ ਕਰਦੇ, ਉੱਚੇ ਸੁੱਚੇ ਮਰਜ਼ਾਦਾ ਦੇ ਵਿੱਚ ਪਰਪੱਕ ਅਤੇ ਬੜੇ ਚੜ੍ਹਦੀ ਕਲਾ ਵਾਲੇ ਸਨ। ਸਭ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਬਖਸ਼ਿਸ਼ ਉਹਨਾਂ ਨੇ ਪ੍ਰਾਪਤ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਦੇ ਲਿਖਾਰੀ। ਉਹ ਕਥਾ ਹੁਣ ਮੰਜੀ ਸਾਹਿਬ ਹੁੰਦੀ, ਪਰ ਦਰਬਾਰ ਸਾਹਿਬ ਨਿਤਨੇਮ ਨਹੀਂ ਕਰਦੇ, ਇਕੱਲਾ ਕੀਰਤਨ ਹੀ। ਕੀਰਤਨ 'ਚ ਚੰਗੇ ਭਲੇ ਬੰਦੇ ਦਾ ਮਨ ਜੁੜ ਜਾਂਦਾ, ਜਿੰਨਾ ਮਰਜ਼ੀ ਵਿਗੜਿਆ ਹੋਵੇ ਮਨ ਬਦੋ ਬਦੀ ਕਾਬੂ 'ਚ ਆ ਜਾਂਦਾ, ਸਾਰਿਆਂ ਨੂੰ ਚੰਗਾ ਲੱਗਦਾ। ਕੋਈ ਉੱਥੇ ਗੱਲ ਵੀ ਨਹੀਂ ਕੀਤੀ ਜਾਂਦੀ, ਮਾੜਾ ਮੋਟਾ ਕੋਈ ਰੌਲਾ ਪਏ ਸੇਵਾਦਾਰ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਵੀ ਬਾਹਰ ਜਾ। ਸੇਵਾ ਕਰਦਿਆਂ ਵੀ ਸੇਵਾਦਾਰ ਤੋ ਵਾਹਿਗੁਰੂ ਦਾ ਜਾਪ ਜਪਦੇ ਨੇ। ਇਉਂ ਜਿੰਨਾ ਚਿਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਹਨਾਂ ਚਿਰ ਗੁਰੂ ਜੀ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੀ ਹੁੰਦਾ ਰਹਿੰਦਾ। ਇੱਥੋਂ ਤੱਕ ਵੀ ਕੋਈ ਅਨਾਉਂਸਮੈਂਟ ਵੀ ਨਹੀਂ ਕੀਤੀ ਜਾਂਦੀ। ਉਹ ਵੀ ਪ੍ਰਕਰਮਾਂ 'ਚ ਸਪੀਕਰ ਲਾਏ ਨੇ ਵੀ ਬਾਹਰ ਅਨਾਉਂਸਮੈਂਟ ਜੋ ਵੀ ਹੈ ਸੰਗਤ ਦੀ ਕੇਅਰ। ਸੱਚਖੰਡ ਹਰਿਮੰਦਰ ਸਾਹਿਬ ਨਿਰੋਲ ਗੁਰਬਾਣੀ ਦਾ ਕੀਰਤਨ, ਵਾਹਿਗੁਰੂ ਜੀ ਦੇ ਗੁਣ, ਇਸ ਲਈ ਸਭ ਦੁਨੀਆ ਉੱਥੇ ਚੰਗਾ ਸਮਝਦੀ ਹੈ, ਸਾਰੇ ਮੱਥਾ ਟੇਕਦੇ ਨੇ, ਕਿਉਂਕਿ ਦੂਜੀ ਗੱਲ ਹੀ ਕੋਈ ਨਹੀਂ। ਇੱਕ ਪਰਮਾਤਮਾ ਦੇ ਘਰ ਦੀ ਗੱਲ ਹੈ। ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਤੇ ਜਦ ਆਪਾਂ ਨਿੰਦਿਆ ਚੁਗਲੀ ਸੁਣਦੇ ਹਾਂ, ਸਮਾਗਮ ਹੁੰਦਾ ਗੁਰਮਤਿ ਦਾ, ਅਤੇ ਜਿਹੜੀ ਪਾਰਟੀ ਉੱਥੇ ਕਾਬਜ਼ ਹੁੰਦੀ ਹੈ ਸਮਾਗਮ ਦੇ ਉੱਪਰ, ਮਤਲਬ ਜਿੰਨਾ ਪੈਸੇ ਲੈ ਕੇ ਸਮਾਗਮ ਕਰਾਇਆ ਹੁੰਦਾ, ਉਸੇ ਹੀ ਪਾਰਟੀ ਦੇ ਬੰਦੇ ਸਟੇਜ 'ਤੇ ਖੜ੍ਹੇ ਜਦ ਆਪਾਂ ਦੇਖਦੇ ਹਾਂ। ਸਾਡੀ ਪਾਰਟੀ ਆ ਦੂਜੀ, ਬੋਲਣ ਦਿਆ ਕੋਈ ਹੋਰ, ਆਪਦੇ ਹੱਕ ਦੀ ਗੱਲ ਕਰ ਰਿਹਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਆਪਾਂ ਆਖਦੇ ਵੀ ਆਪਾਂ ਆਪਣੇ ਘਰ ਚੰਗੇ ਹਾਂ ਜੀ। ਅਤੇ ਇਸ ਵਾਸਤੇ ਜੇ ਗੁਰੂ ਦਾ ਪ੍ਰਕਾਸ਼ ਹੈ ਅਤੇ ਗੁਰੂ ਦਾ ਗੁਰਪੁਰਬ ਹੈ ਜਾਂ ਜੋੜ ਮੇਲਾ, ਵੀ ਗੱਲ ਵੀ ਗੁਰੂ ਦੀ ਹੋਵੇ, ਕੋਈ ਐਰਾ ਗੈਰਾ ਬਚਨ ਨਾ ਹੋਵੇ। ਪਰ ਜਿਹੜੀ ਸਟੇਜ ਹੈ ਜੇ ਉਹ ਗੁਰੂ ਦੇ ਨਾਮ 'ਤੇ ਹੈ ਅਤੇ ਉੱਥੇ ਕੇਵਲ ਧਾਰਮਿਕ ਬੰਦੇ ਹੀ ਹੋਣ। ਕਹਿੰਦੇ ਨੇ ਕਿ ਸੰਗਤ ਸੋਭੈ ਵਿਦਿਆਵਾਨ, ਵਿਦਵਾਨਾਂ ਦੇ ਨਾਲ ਸੰਗਤ ਦੀ ਸੋਭਤਾ ਹੈ। ਕਥਾ ਕੀਰਤਨ ਮਹਾਂਪੁਰਖਾਂ ਦੇ ਦਰਸ਼ਨ ਸੰਗਤ ਨੂੰ ਕਰਾਏ ਜਾਣ। ਜੇ ਕੋਈ ਰਾਜਨੀਤਿਕ ਬੰਦਾ ਆਉਂਦਾ ਹੈ ਆਮ ਸੰਗਤ ਦੇ ਵਿੱਚ, ਉਹਦਾ ਸਤਿਕਾਰ ਕਰਨਾ ਕੋਈ ਮਾੜੀ ਬਾਤ ਨਹੀਂ, ਅਤੇ ਉਹ ਆਪਾਂ ਵੱਖਰੇ ਤੌਰ 'ਤੇ ਜਿੰਨਾ ਮਰਜ਼ੀ ਕੋਈ ਕੁਰਸੀ 'ਤੇ ਬਿਠਾ ਕੇ ਉਹਦੇ ਨਾਲ ਗੱਲਾਂ ਕਰੋ, ਜਿੰਨਾ ਮਰਜ਼ੀ ਉਹਦਾ ਅਦਬ ਸਤਿਕਾਰ, ਜਿੰਨੀ ਮਰਜ਼ੀ ਉਹਦੇ ਨਾਲ ਪ੍ਰੇਮ ਸ਼ਰਧਾ ਜਨਾਈਏ, ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੇਵਲ ਗੁਰੂ ਦੀ ਗੱਲ ਹੋਵੇ। ਮਹਾਰਾਜ ਕਹਿੰਦੇ 8 ਪੈਰ ਰਸਨਾ ਗੁਣ ਗਾਵੇ, ਜ਼ਬਾਨ ਕਰਕੇ 8 ਪੈਰ। ਇਹ ਮਹਾਰਾਜ ਅਸੀਂ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ, ਐਸੀ ਆਪ ਦੀ ਸਾਡੇ 'ਤੇ ਕਿਰਪਾ ਹੋਵੇ ਜੀ। ਤੇਰੀ ਸਰਣ ਜੀਵਨ ਕੇ ਦਾਤੇ, ਜਸ ਪੂਰ ਅਗਾਵ ਹੈ ਸਮਰੱਥ ਕਾਨ। ਇਹ ਸਰਬ ਸ਼ਕਤੀਮਾਨ ਪਰਮੇਸ਼ਰ ਰਸਨਾ ਦਾ 8 ਪੈਰ ਤੁਹਾਡੇ ਗੁਣਾਂ ਨੂੰ ਗਾਉਂਦੀ ਰਹੇ, ਅਤੇ ਜਿਹੜੇ ਮੇਰੇ ਕੰਨ ਨੇ ਇਹ ਆਪ ਦਾ ਕੀਰਤਨ ਹੀ ਸੁਣਦੇ ਰਹਿਣ। ਕੀਰਤਨ ਸੁਣ ਸੁਣ ਕਰਕੇ ਰੱਜ ਜਾਣ, ਤ੍ਰਿਪਤ ਹੋ ਜਾਣ, ਆਪ ਦਾ ਜਸ ਸੁਣਗੇ ਪੂਰੇ ਰਹਿਣ। ਭਾਵ ਕਿਸੇ ਦੀ ਨਿੰਦਿਆ ਉਸਤਤ ਸਾਡੇ ਕੰਨੀ ਨਾ ਪਏ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਇਹ ਮਹਾਰਾਜ ਦਾਤ ਮੈਂ ਤੇਰੇ ਚਰਨਾਂ ਵਿੱਚੋਂ ਪਾਵਾਂ। ਖਾਣਾ ਪੀਣਾ, ਭੋਜਨ ਪਦਾਰਥ, ਲੀੜਾ ਕੱਪੜਾ, ਮਾਇਆ ਤੇਲਾ ਤਾਂ ਤੂੰ ਸਾਨੂੰ ਸਭ ਕੁਛ ਦਿੱਤਾ ਹੋਇਆ ਹੈ। ਇੱਕੋ ਹੀ ਸਾਡੀ ਅਰਦਾਸ ਹੈ ਵੀ ਜੇ ਤੂੰ ਸਾਡੇ 'ਤੇ ਖੁਸ਼ ਪ੍ਰਸੰਨ ਹੈ, ਸਾਨੂੰ ਆਪ ਤੋਂ ਬਗੈਰ ਕਿਸੇ ਦੂਜੇ ਦੇ ਮੱਥੇ ਨਾ ਲਾਈ, ਕਿਸੇ ਹੋਰ ਦੇ ਦਰਸ਼ਨ ਨਾ ਸਾਨੂੰ ਕਰਾਈ, ਆਪ ਦੇ ਦਰਸ਼ਨ ਹੀ ਕਰਦੇ ਰਹੀਏ। ਰਸਨਾ ਨਾਲ ਤੇਰਾ ਨਾਮ ਜਪਦੇ ਰਹੀਏ, ਕੰਨਾਂ ਦੇ ਨਾਲ। ਅਤੇ ਹੇ ਮਹਾਰਾਜ ਗੁਰੂ ਨਾਨਕ ਸਾਹਿਬ ਜੀਓ ਉਸਤਤ ਕਰ ਕਰ ਜੀਵਾਂ।
ਆਪ ਦੀ ਉਸਤਤ ਕਰਦੇ ਸੁਣਦੇ ਰਹੀਏ ਜੀ। ਤੇਰੀ ਸਾਰਣ ਜੀਵਨ ਕੇ ਦਾਤੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਸਭ ਜੀਵਾਂ ਦੇ ਦਾਤੇ, ਮੈਂ ਤੇਰੀ ਸ਼ਰਨ ਓਟ ਵਿੱਚ ਆਇਆ ਹਾਂ। ਸਦਾ ਸਦਾ ਨਾਨਕ ਕੁਰਬਾਨ ਹਰ ਸਦਾ ਸਦਾ ਆਪ ਜੀ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਟੋਡੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਟੋਡੀ ਰਾਗਨੀ ਵਿੱਚ ਸ਼ੋਭਾਮਣ ਉਪਦੇਸ਼ ਬਖਸ਼ਦੇ ਹਨ। ਪ੍ਰਭ ਤੇਰੇ ਪਗ ਕੀ ਧੂਰ ਅਸੀਂ ਰਾਜਨੀਤਿਕ ਬੰਦਿਆਂ ਦੀਆਂ ਤਾਂ ਚੱਪਲਾਂ ਝਾੜਨ ਤੱਕ ਜਾਂਦੇ ਆ, ਉਹਨਾਂ ਦੀ ਕਾਰ ਦੀ ਬਾਰੀ ਖੋਲ੍ਹਣ ਤੱਕ ਜਾਂਦੇ ਆ, ਉਹਨਾਂ ਦੇ ਮਗਰ ਮਗਰ ਚੱਲਦੇ ਆ, ਪਰ ਗੁਰੂ ਮਹਾਰਾਜ ਜੀ ਦਾ ਸਤਿਕਾਰ ਨਹੀਂ ਹੈ ਮਨ ਵਿੱਚ। ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣੀ ਹੈ, ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣੀ ਹੈ, ਜਿੱਥੋਂ ਸਾਡਾ ਪਰਲੋਕ ਸਵਰਨਾ ਹੈ। ਇਸ ਲੋਕ ਦੇ ਵਿੱਚ ਤੇ ਜੋ ਵੀ ਆਪਾਂ ਮਹਾਰਾਜ ਨੂੰ ਛੱਡ ਕੇ ਕਿਸੇ ਦੇ ਮਗਰ ਲੱਗਾਂਗੇ ਤਾਂ ਜ਼ਰੂਰੀ ਨਹੀਂ ਵੀ ਇੱਥੇ ਉਹਦੀ ਮਦਦ ਹੋਵੇ, ਇੱਥੇ ਵੀ ਅਤੇ ਪਰਲੋਕ ਦੇ ਵਿੱਚ ਵੀ। ਵਾਹਿਗੁਰੂ ਦੀ ਮਦਦ ਉਹਦਾ ਹੀ ਆਸਰਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਇਸ ਲਈ ਮਾਨੁ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਉਸ ਰੱਬ ਦਾ ਭਜਨ ਕਰੀਏ, ਉਹਦੇ ਚਰਨਾਂ ਦੀ ਧੂੜ ਬਣੀਏ, ਜਿਹਦੇ ਵੱਸ ਦੇ ਵਿੱਚ ਖਾਨ ਸੁਲਤਾਨ ਸਾਰੇ ਬਾਦਸ਼ਾਹ ਸ਼ਾਹੂਕਾਰ ਸਭ ਉਹਦੇ ਅਧੀਨ ਨੇ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਗੌੜੀ ਮਹੱਲਾ ਪੰਜਵਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਰਹਾਉ ਬਾਦਸ਼ਾਹ ਸਾ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਨੀ। ਜਿੰਨੇ ਵੀ ਸ਼ਾਹੂਕਾਰ ਨੇ, ਜਿੰਨੇ ਵੀ ਬਾਦਸ਼ਾਹ ਨੇ, ਸਭ ਮਹਾਰਾਜ ਨੇ ਅਧੀਨ ਕਰ ਦਿੱਤੇ। ਸੋ ਇਹ ਵਾਹਿਗੁਰੂ, ਮੈਂ ਆਪ ਦੇ ਚਰਨਾਂ ਦੀ ਸ਼ਰਧਾ ਰੂਪੀ ਧੂੜ ਚਾਹੁੰਦਾ ਹਾਂ ਜੀ। ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ। ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਸ ਦੇ ਵਿੱਚ ਖਾਨ, ਸੋ ਛੋਟੇ ਇਲਾਕਿਆਂ ਦੇ ਮਾਲਕ, ਸੁਲਤਾਨ ਵੱਡੇ ਇਲਾਕਿਆਂ ਦੇ ਬਾਦਸ਼ਾਹ, ਸਭ ਉਹਦੇ ਅਧੀਨ ਨੇ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ। ਜਾ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾਹੀ ਕੋਏ। ਉਸ ਮਹਾਰਾਜ ਤੋਂ ਬਾਹਰਾ ਕੋਈ ਵੀ ਨਹੀਂ ਹੈ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਇਸ ਲਈ ਜੋ ਵੀ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ, ਆਪਦੇ ਸਤਿਗੁਰੂ ਦੇ ਚਰਨਾਂ ਵਿੱਚ ਕਰੀਏ। ਤੋ ਸੰਗਤ ਦੇ ਜੋੜੇ ਝਾੜ ਕੇ ਅਰਦਾਸ ਕਰੀਏ ਵੀ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਕਾਜ ਤੁਮਾਰੇ ਦੇਨ ਮਾਹੇ। ਸਾਰੇ ਕੰਮ ਗੁਰੂ ਮਹਾਰਾਜ ਤੁਹਾਡੇ ਸਵਾਰੇਗਾ। ਜਿਹਨੂੰ ਮਰਜ਼ੀ ਹੁਕਮ ਕਰਕੇ, ਜਿਸ ਦਾ ਮਰਜ਼ੀ ਮਨ ਪ੍ਰੇਰ ਕੇ ਅਤੇ ਤੁਹਾਡੇ ਕੰਮ ਸਵਾਰੇ, ਇਹ ਉਹਦੀ ਜ਼ਿੰਮੇਵਾਰੀ ਹੈ, ਪਰ ਉਹਨੂੰ ਮੰਨੋ ਜ਼ਰੂਰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ, ਸਭ ਦਿਓ 'ਚ ਜਾਕਾ ਦਰਬਾਰ। ਜਿੰਨੇ ਵੀ ਦਰਬਾਰ ਲੱਗਦੇ ਨੇ ਰਾਜੇ ਮਹਾਰਾਜਿਆਂ ਦੇ, ਕੋਰਟ ਕਚਹਿਰੀਆਂ ਲੱਗਦੀਆਂ ਹਨ, ਸਭਨਾਂ ਤੋਂ ਉੱਚਾ ਉਸ ਵਾਹਿਗੁਰੂ ਅਕਾਲ ਪੁਰਖ ਗੁਰੂ ਸਾਹਿਬ ਦਾ ਦਰਬਾਰ ਹੈ। ਸੱਚਖੰਡ ਦਰਬਾਰ, ਮਹਾਰਾਜ ਦਾ ਅਕਾਲ ਤਖਤ, ਗੁਰੂ ਸਾਹਿਬ ਦਾ ਹਜ਼ੂਰ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ। ਅੱਜ ਕੱਲ੍ਹ ਬਹੁਤ ਗੰਦੀ ਰਾਜਨੀਤੀ ਵਰਤੀ ਜਾ ਰਹੀ ਹੈ। ਸਿੱਖਾਂ ਦੇ ਮਨਾਂ ਦੇ ਵਿੱਚੋਂ
ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਜਾ ਰਿਹਾ ਹੈ। ਇਹ ਸਾਨੂੰ ਸੋਚਣਾ ਪਏਗਾ, ਸਮਝਣਾ ਪਏਗਾ। ਜੇ ਸਾਡੇ ਬੱਚੇ ਗੁਰੂ ਘਰ ਦੇ ਉੱਪਰ ਸ਼ਰਧਾ ਨਹੀਂ ਰੱਖਣਗੇ, ਜਿਨ੍ਹਾਂ ਸੇਵਾਦਾਰਾਂ ਨੇ ਸਾਡੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ 'ਚ ਪਰਪੱਕ ਕਰਨ ਦੀ ਸਿੱਖਿਆ ਦੇਣੀ ਹੈ ਵੀ ਕਾਕਾ ਜੀ ਅੰਮ੍ਰਿਤ ਛਕੋ, ਪੰਜਾਂ ਕਾਰਾਂ ਦੀ ਰਹਿਤ ਰੱਖੋ, ਕੇਸ ਨਾ ਕਟਾਓ, ਅਤੇ ਜੇ ਆਪਾਂ ਉਹਨਾਂ ਦੀ ਬੇਅਦਬੀ ਦੇ ਬਚਨ ਆਖਾਂਗੇ ਵੀ ਆਪਾਂ ਨਹੀਂ ਮੰਨਦੇ ਜੀ ਅਕਾਲ ਤਖਤ ਨੂੰ, ਆਪਾਂ ਨਹੀਂ ਮੰਨਦੇ ਉਹਨਾਂ ਲੋਕਾਂ ਨੂੰ, ਉਹ ਤਾਂ ਕਾਬਜ਼ ਹੋਏ ਨੇ। ਜਿੱਥੋਂ ਤੱਕ ਮੈਂ ਸਮਝਿਆ ਵੀ ਕਾਬਜ਼ ਕੁਬਜ਼ ਕੋਈ ਨਹੀਂ ਹੁੰਦਾ। ਇਹ ਤਾਂ ਵਾਹਿਗੁਰੂ ਵੱਲੋਂ ਧੁਰ ਦਰਗਾਹ ਤੋਂ ਸੇਵਾ ਲਿਖੀ ਹੁੰਦੀ ਹੈ, ਜਿਹਦੇ ਕਰਮਾਂ 'ਚ ਭਾਗਾਂ 'ਚ ਰੱਬ ਨੇ ਦਿੱਤੀ ਹੋਈ ਹੈ। ਹੁਣ ਜੇ ਆਪਾਂ ਈਰਖਾ ਕਰਾਂਗੇ ਜਾਂ ਵੈਰ ਵਿਰੋਧ ਦੇ ਬਚਨ ਕਰਾਂਗੇ ਜਾਂ ਝਗੜਾ ਉਤਪੰਨ ਕਰਾਂਗੇ, ਸਾਨੂੰ ਤਾਂ ਕੁਛ ਮਿਲ ਨਹੀਂ ਜਾਣਾ। ਜਿਹਦੇ ਕਰਮਾਂ 'ਚ ਰੱਬ ਨੇ ਲਿਖੀ ਹੈ ਉਹਨੂੰ ਮਿਲੀ ਹੋਈ ਹੈ। ਜਿੰਨਾ ਸਮਾਂ ਵਾਹਿਗੁਰੂ ਜੀ ਦਿੰਦਾ ਉਹਨਾਂ ਸਮਾਂ ਕੋਈ ਸੇਵਾ ਨਿਭਾਉਂਦਾ ਹੈ। ਅਤੇ ਇਸ ਲਈ ਜੇ ਅਸੀਂ ਆਪਣੇ ਬੱਚਿਆਂ ਦੀ ਸ਼ਰਧਾ ਬਣਾਉਣੀ ਜਾਂ ਕੁਝ ਪਾਉਣਾ ਚਾਹੁੰਦੇ ਹਾਂ ਤਾਂ ਗੁਰੂ ਘਰਾਂ ਦੇ ਸਾਨੂੰ ਸ਼ਰਧਾ ਪਿਆਰ ਰੱਖਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਸੱਚਖੰਡ ਹਰਿਮੰਦਰ ਸਾਹਿਬ ਸਿੱਖੀ ਦਾ ਹਿਰਦਾ ਦਿਲ ਹੈ। ਜਿੱਦਣ ਕੀਰਤਨ ਬੰਦ ਹੋ ਗਿਆ ਅਤੇ ਸਮਝ ਲਓ ਵੀ ਦਿਲ ਧੜਕਣਾ ਖਤਮ ਹੋ ਗਿਆ ਅਤੇ ਬੰਦਾ ਡੈਡ। ਜਿੰਨਾ ਚਿਰ ਉੱਥੇ ਕੀਰਤਨ ਅਤੇ ਅੰਮ੍ਰਿਤ ਸਰੋਵਰ ਹੈ ਅਤੇ ਅਕਾਲ ਤਖਤ ਸਾਹਿਬ 'ਤੇ ਨਿਸ਼ਾਨ ਝੂਲਦਾ, ਉਹਨਾਂ ਚਿਰ ਸਿੱਖੀ ਦੀ ਜਿਹੜੀ ਪੰਥ ਦੀ ਇਮਾਰਤ ਹੈ ਗੁੰਮਦਾ ਸਮੇਤ ਚੜ੍ਹਦੀ ਕਲਾ 'ਚ ਰਹੂਗੀ ਅਤੇ ਸਿੱਖ ਪੰਥ ਜਿਉਂਦਾ ਰਹੂਗਾ, ਇਹਦਾ ਦਿਲ ਧੜਕਦਾ ਰਹੂਗਾ, ਨਿਸ਼ਾਨ ਝੂਲਦੇ ਰਹਿਣਗੇ। ਅਤੇ ਜਿੱਦਣ ਇਹ ਸਿਧਾਂਤ ਆਪਾਂ ਖ਼ਤਮ ਕਰ ਦਿੱਤੇ ਮਨ 'ਚੋਂ ਸਤਿਕਾਰ, ਤਾਂ ਸਾਡੇ 'ਚੋਂ ਵੀ ਸਿੱਖੀ ਉੱਡ ਜਾਊਗੀ। ਇਸ ਲਈ ਸਾਨੂੰ ਸੋਚਣਾ ਪਏਗਾ। ਉਹਨਾਂ ਲੋਕਾਂ ਨੇ ਜੋ ਕੁਝ ਸੋਚਿਆ ਸੀ ਸੋ ਕਰਕੇ ਦਿਖਾ ਦਿੱਤਾ ਹੈ, ਅਤੇ ਇਸ ਵਾਸਤੇ ਇਹ ਆਪਾਂ ਨੇ ਹੁਣ ਦੇਖਣਾ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰਾ ਦਰਬਾਰ ਹੈ, ਇਹ ਸਭ ਤੋਂ ਉੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹੋ, ਨਿਸ਼ਚਲ ਚੌਰ ਛਤ। ਜਿੰਨੇ ਕੋਟ ਕਚਹਿਰੀਆਂ ਸਭ ਥੱਲੇ ਨੇ, ਜਿੰਨੇ ਮੰਤਰੀ ਸ਼ੰਤਰੀ ਸਭ ਥੱਲੇ ਨੇ, ਮਹਾਰਾਜ ਦਾ ਦਰਬਾਰ ਸਭ ਤੋਂ ਉੱਚਾ ਹੈ। ਸਿਰ ਸਾਹਾ ਪਾਤਸ਼ਾਹੋ, ਨਿਸ਼ਚਲ ਚੌਰ ਛਤ। ਪੌੜੀ, ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਣ ਕਰਤਬਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰਾ ਵਸ, ਤੇਰਾ ਕਰ ਭਲਾ। ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਾਨ ਮਹੰਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਦ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਕੋਰਟ ਕਚਹਿਰੀਆਂ 'ਚ ਨਿਆਂ ਨਹੀਂ ਹਨ, ਫੈਸਲੇ ਹੁੰਦੇ ਨੇ। ਪਰ ਕਈ ਵਾਰ ਮੌਤ ਦੀ ਸਜ਼ਾ ਦੇਣ ਤੋਂ ਕਈਆਂ ਨੂੰ ਰੋਣਾ ਵੀ ਪੈਂਦਾ, ਪਰ ਜਿਹੜਾ ਮਹਾਰਾਜ ਦਾ ਦਰਬਾਰ ਹੈ ਇੱਥੇ ਕੋਈ ਰੋਂਦਾ ਆਵੇ ਤਾਂ ਵੀ ਹੱਸਦਾ ਜਾਂਦਾ। ਇੱਥੇ ਪੂਰਾ ਪੂਰਾ ਨਿਆਂ ਹੈ, ਪੂਰਾ ਨਿਆਂ ਕਰੇ ਕਰਤਾਰ। ਜੇ ਕੋਈ ਗਲਤੀ ਕਰਦਾ ਵੀ ਹੈ ਅਤੇ ਉਹਨੂੰ ਮਾੜਾ ਮੋਟਾ ਉਦਾਸੀ ਆਉਂਦੀ, ਉਹਦੇ 'ਚ ਉਸਦਾ ਭਲਾ ਹੋ ਜਾਂਦਾ। ਇੱਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਝੂਠੀਆਂ ਗਵਾਹੀਆਂ ਲੈ ਕੇ ਵੀ ਫਲਾਣੇ ਨੂੰ ਫਾਂਸੀ 'ਤੇ ਲਾ ਦਿਓ। ਝੂਠੇ ਦੀ ਗਵਾਹੀ ਲੈ ਕੇ ਉਹਨੂੰ ਸੱਚਾ ਬਣਾ ਦੇਣਾ ਅਤੇ ਸੱਚੇ ਨੂੰ ਫਾਂਸੀ 'ਤੇ ਲਾ ਦੇਣਾ। ਇਸ ਕਚਹਿਰੀ ਦੇ ਵਿੱਚ ਪੂਰਾ ਪੂਰਾ ਸੱਚਾ ਨਿਆਂ ਹੁੰਦਾ। ਅਤੇ ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਡੰਡ ਜੇ ਮਿਲਦਾ ਤਾਂ ਪਾਪੀਆਂ ਨੂੰ ਮਿਲਦਾ, ਧਰਮੀ ਬੰਦਿਆਂ ਦਾ ਜੈ ਜੈਕਾਰ ਹੁੰਦਾ। ਤੇਰਾ ਘਰ ਆਨੰਦ, ਇੱਥੇ ਕੋਈ ਵੀ ਪਰਿਵਾਰ ਰੋਂਦਾ ਨਹੀਂ ਹੈ ਵੀ ਮੇਰੇ ਮੈਂਬਰ ਨੂੰ ਆਹ ਸਜ਼ਾ ਲਾਤੀ ਜਾਂ ਉਹ ਹੋ ਗਿਆ। ਜੇ ਮਾੜਾ ਮੋਟਾ ਕੁਛ ਹੁੰਦਾ, ਸਜ਼ਾ ਅਧਿਕ ਲੱਗਦੀ ਤਾਂ ਉਹਦੇ 'ਚ ਜੀਵ ਦਾ ਭਲਾ ਹੋ ਜਾਂਦਾ। ਅਤੇ ਇਸ ਵਾਸਤੇ ਤੇਰਾ ਘਰ ਆਨੰਦ, ਇੱਥੇ ਸਾਰੇ ਆਨੰਦ ਹੀ ਆਨੰਦ ਹੈ। ਵਧਾਈ ਤੁਧ ਘਰ, ਇੱਥੇ ਹਮੇਸ਼ਾ ਵਧਾਈਆਂ ਮਿਲਦੀਆਂ ਨੇ। ਕੋਈ ਦੁੱਖ ਕਲੇਸ਼ ਨਾ ਪਾਓ ਵਿਆਪੈ, ਗੁਰਮੰਤਰ ਹਿਰਦੈ ਹੋਏ। ਨਾ ਦੁੱਖ ਹੈ ਨਾ ਕਲੇਸ਼ ਹੈ। ਜਿਹੜੇ ਦੂਜੇ ਕੋਰਟ ਕਚਹਿਰੀਆਂ ਵਾਲੇ, ਉੱਥੇ ਜੀਵ ਲੁੱਟਿਆ ਪੁੱਟਿਆ ਜਾਂਦਾ, ਜ਼ਮੀਨਾਂ ਵਿਕ ਜਾਂਦੀਆਂ, ਪੈਸੇ ਬਰਬਾਦ ਹੋ ਜਾਂਦੇ, ਫਿਰ ਵੀ ਨਿਆਂ ਨਹੀਂ ਮਿਲਦਾ। ਇੱਥੇ ਪੈਸੇ ਬਰਬਾਦ ਨਹੀਂ ਹੁੰਦੇ। ਤੁਸੀਂ ਭੁੱਖੇ ਆਓਗੇ ਅਤੇ ਰੱਜੇ ਜਾਓਗੇ, ਪੰਡਾਂ ਭਰ ਕੇ ਘਰ ਨੂੰ ਲੈ ਜਾਓਗੇ। ਇੱਥੇ ਕੋਈ ਰਿਸ਼ਵਤ ਨਹੀਂ ਹੈ।
ਇੱਥੇ ਸੱਚੇ ਬੰਦੇ ਦੀ ਅਰਦਾਸ ਮਹਾਰਾਜ ਸੁਣਦਾ ਅਤੇ ਖੁਸ਼ੀ ਦੇ ਨਾਲ, ਮਾਇਆ ਧੇਲੇ ਨਾਲ, ਪਦਾਰਥਾਂ ਦੇ ਨਾਲ ਮਾਲੋ ਮਾਲ ਕਰਕੇ ਘਰਾਂ ਨੂੰ ਤੋਰਦਾ ਹੈ। ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਵੀ ਆਉਂਦੇ, ਫਟੇ ਪੁਰਾਣੇ ਕੱਪੜੇ ਹੁੰਦੇ, ਭੁੱਖੇ ਨੰਗੇ, ਬੜੀ ਬੁਰੀ ਹਾਲਤ ਗਰੀਬੀ ਦੇ ਵਿੱਚ ਜਦੋਂ ਮਹਾਰਾਜ ਨੂੰ ਕਵਿਤਾਵਾਂ ਸੁਣਾਉਂਦੇ, ਗੁਰੂ ਸਾਹਿਬ ਇੰਨੇ ਪ੍ਰਸੰਨ ਹੁੰਦੇ, ਉਹਨਾਂ ਨੂੰ ਮੋਹਰਾਂ ਦੀਆਂ ਥੈਲੀਆਂ, ਖੁਰਜੀਆਂ ਅਤੇ ਹਾਥੀ ਘੋੜੇ ਦੇ ਕੇ ਰਾਜੇ ਮਹਾਰਾਜ ਦੀ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਘਰ ਨੂੰ ਤੋਰਦੇ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਹਨੇ ਰਾਜ ਭਾਗ ਕਾਇਮ ਕੀਤਾ ਅਤੇ ਕਦੀ ਵੀ ਉਹ ਤਖਤ ਲਾ ਕੇ ਨਹੀਂ ਬੈਠਾ, ਕੁਰਸੀ 'ਤੇ ਬਹਿੰਦਾ ਹੁੰਦਾ ਸੀਗਾ। ਕਹਿੰਦਾ ਤਖਤ ਹੈ ਗੁਰੂ ਰਾਮਦਾਸ ਜੀ ਦਾ, ਜਿੱਥੇ ਬੈਠਣਾ ਕੁਰਸੀ ਦਾ ਮੂੰਹ ਕਹਿਣਾ ਮਹਾਰਾਜ ਗੁਰੂ ਰਾਮਦਾਸ ਵੱਲ ਕਰੋ, ਮੈਂ ਤਾਂ ਉਹਨਾਂ ਦਾ ਨਿਮਾਣਾ ਜਿਹਾ ਸਿੱਖ ਹਾਂ। ਅਤੇ ਕਦੀ ਵੀ ਉਹਨੇ ਆਪਣਾ ਰਾਜ ਨਹੀਂ ਸਮਝਿਆ। ਇਹ ਨਹੀਂ ਕਿਹਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹਨੇ ਨਾਮ ਰੱਖਿਆ ਖਾਲਸਾ ਰਾਜ। ਖਾਲਸੇ ਰਾਜ ਦੀ ਉਹ ਮੋਹਰ ਬਣਾਈ। ਅਜੇ ਵੀ ਦੁਨੀਆ ਖਾਲਸਾ ਰਾਜ ਦਾ ਸਿੱਕਾ ਮੰਨਦੀ ਹੈ। ਜੇ ਉਹਨੇ ਸਿੱਕਾ ਚਲਾਇਆ ਤਾਂ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਸਿੱਕਾ ਚਲਾਇਆ, ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਸਿੱਕਾ ਚਲਾਇਆ। ਔਰ ਉਹਦਾ ਰਿਕਾਰਡ 40 ਸਾਲਾਂ ਦੇ ਦੌਰਾਨ ਉਹਨੇ ਕਦੀ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਅਤੇ ਕਿਸੇ ਵੀ ਧਰਮ ਦਾ ਕੋਈ ਬੰਦਾ ਆ ਜਾਏ ਉਹਦੀ ਹੱਦੋਂ ਵੱਧ ਮਦਦ ਕਰਦਾ ਅਤੇ ਬਹੁਤ ਦਿਆਲੂ ਸੀਗਾ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਯਾਦਾ ਹੈ। ਕਹਿੰਦੇ ਹਨ ਸਭ ਤੇ ਊਚ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮ ਆਧਾਰ, ਸਰਬ ਵਿਆਪਤ ਪੂਰਨ ਧਨੀ, ਜਾਕੀ ਸ਼ੋਭਾ ਘਟ ਘਟ ਬਣੀ, ਜਿਸ ਸਿਮਰਤ ਦੁਖ ਡੇਰਾ ਢਾਹੈ, ਜਿਸ ਸਿਮਰਤ ਜਮ ਕਿਛੂ ਨ ਕਹਿ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਣ ਤਰੇ, ਸੰਤ ਸਭਾ ਕੋ ਸਦਾ ਜੈਕਾਰ। ਜੇ ਜੈ ਜੈਕਾਰ ਕਰਨੀ ਹੈ ਤਾਂ ਕਿਸੇ ਹੋਰ ਇਨਸਾਨ ਦੀ ਨਹੀਂ, ਸੰਤਾਂ ਦੀ ਸਭਾ ਦੀ ਜੈ ਜੈਕਾਰ ਕਰੋ। ਧਨ ਹੈ, ਧਨ ਹੈ, ਧਨ ਹੈ ਗੁਰੂ ਕੀ ਸਾਧ ਸੰਗਤ ਜੀ, ਧਨ ਹੈ ਗੁਰੂ ਕਾ ਖਾਲਸਾ ਪੰਥ, ਧਨ ਹੈ ਹਰ ਹਰ ਨਾਮ ਜਨ ਪ੍ਰਾਨ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਖੋ ਨਾਮ ਨਿਵਾਸ। ਇਸ ਲਈ ਸੋ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਪ੍ਰਭ ਜੀ ਪ੍ਰਭ ਤੇਰੇ ਪਾਕੀ ਧੂਰ, ਪ੍ਰਭ ਤੇਰੇ ਪਗ ਕੀ ਧੂਰ। ਇਹ ਪਰਮੇਸ਼ਰ ਮੈਂ ਤੇਰੇ ਚਰਨਾਂ ਦੀ ਸ਼ਰਧਾ ਰੂਪ ਧੂੜ ਚਾਹੁੰਦਾ ਹਾਂ, ਕਿਸੇ ਹੋਰ ਅੱਗੇ ਨਾ ਮੈਨੂੰ ਝੁਕਣਾ ਪਏ। ਇੱਥੇ ਜਿੰਨੇ ਮਰਜ਼ੀ ਮੱਥੇ ਟਿਕਾ ਲਾ। ਦੀਨ ਦਿਆਲ ਪ੍ਰੀਤਮ ਮਨ ਮੋਹਨਾ। ਇਹ ਗਰੀਬਾਂ ਤੇ ਦਇਆ ਕਰਨ ਵਾਲੇ, ਸਾਰਿਆਂ ਦੇ ਮਨ ਨੂੰ ਮੋਹਿਤ ਕਰਨ ਵਾਲੇ, ਭਗਤਾਂ ਦੇ ਮਨ 'ਚੋਂ ਮੋਹ ਨੂੰ ਹਰਨ ਮੇਟਣ ਵਾਲੇ ਪਰਮ ਅਸਪਦ ਰੂਪ ਪਿਆਰੇ ਪਰਮੇਸ਼ਰ ਜੀ, ਕਰ ਕਿਰਪਾ ਮੇਰੀ ਲੋਚਾ ਪੂਰ। ਕਿਰਪਾ ਕਰ ਤੇ ਮੇਰੀ ਇੱਛਾ ਪੂਰੀ ਕਰ ਦੇ। ਕਿਹੜੀ ਇੱਛਾ? ਆਪਦੇ ਸਰੂਪ ਦੀ ਪ੍ਰਾਪਤੀ ਦੀ ਇੱਛਾ। ਵਿਸ਼ਰਾਮ ਦੀ ਕਰ ਫਰਮਾਉਂਦੇ ਨੇ, ਦਹ ਦਿਸ ਰਵ ਰਹਿਆ ਜਸ ਤੁਮਰਾ। ਆਪ ਦਾ ਜਸ ਹੈ ਜਿਹੜਾ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਵਿਆਪਕ ਹੋ ਰਿਹਾ, ਭਾਵ ਫੈਲ ਰਿਹਾ ਹੈ। ਅੰਤਰ ਜਾਮੀ ਸਦਾ ਹਜੂਰ। ਇਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਪਰਮੇਸ਼ਰ ਜੀ, ਤੂੰ ਹਮੇਸ਼ਾ ਸਾਰਿਆਂ ਜੀਵਾਂ ਦੇ ਸਾਹਮਣੇ ਭਾਵ ਅੰਗ ਸੰਗ ਰਹਿੰਦਾ ਹੈ। ਜੋ ਤੁਮਰਾ ਜਸ ਗਾਵਹਿ ਕਰਤੇ। ਇਹ ਸ੍ਰਿਸ਼ਟੀ ਨੂੰ ਰਚਨਹਾਰ ਪਰਮੇਸ਼ਰ ਜਿਹੜੇ ਤੁਹਾਡੇ ਜਸ ਕੀਰਤਨ ਨੂੰ ਗਾਉਂਦੇ ਹਨ। ਸੇ ਜਨ ਕਬਹੂ ਨਾ ਮਰਤੇ ਝੂਰ। ਉਹ ਜਿਹੜੇ ਪੁਰਸ਼ ਨੇ ਕਦੇ ਵੀ ਝੋਰਿਆਂ 'ਚ ਪੈ ਕੇ ਨਹੀਂ ਮਰਦੇ, ਭਾਵ ਕਿ ਉਹ ਉਦਾਸ ਨਹੀਂ ਰਹਿੰਦੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹਮੇਸ਼ਾ ਆਨੰਦ ਦੇ ਸਹਿਤ ਬਾਗੋ ਬਾਗ ਰਹਿੰਦੇ, ਮਨ ਖਿੜਿਆ ਹਰਿਆ ਬਾਗ। ਕਦੀ ਕਿਸੇ ਨਿਹੰਗ ਨੂੰ ਤੁਸੀਂ ਰੋਂਦਾ ਨਹੀਂ ਵੇਖਿਆ ਹੋਊਗਾ, ਕਿਤੇ ਹੱਥ ਅੱਡ ਕੇ ਮੰਗਦਾ ਨਹੀਂ ਵੇਖਿਆ ਹੋਊਗਾ। ਭਾਵੇਂ ਕੁਛ ਵੀ ਨਾ ਉਹਨਾਂ ਦੇ ਕੋਲ ਜਕਾਰੇ ਛੱਡੀ ਜਾਣਗੇ, ਕਹਿਣਗੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ, ਐ ਮਸਤੀ ਮਾਰਨਗੇ ਵੀ ਜਿਸ ਤਰ੍ਹਾਂ ਬੜਾ ਮਹਾਰਾਜ ਨੇ ਸ਼ਹਿਨਸ਼ਾਹ ਬਣਾਇਆ ਹੁੰਦਾ। ਤੋ ਐਸੀ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ
ਤੇ ਕਿਸੇ ਦੀ ਮਜਾਲ ਨਹੀਂ ਵੀ ਕੋਈ ਕਰਕੇ ਬੁਲਾ ਜੇ, ਸਾਰੇ ਸਿੰਘ ਸਾਹਿਬ ਕਹਿਣਗੇ, ਨਾਲ ਸਿੰਘ ਵੀ ਨਾਲ ਸਾਹਿਬ ਵੀ। ਤੋ ਐਸੀ ਇਹ ਮਹਾਰਾਜ ਦੀ ਬਖਸ਼ਿਸ਼ ਹੈ। ਕੁਦਰਤੀ ਤਾਜ ਜਿਹੜਾ ਗੁਰੂ ਸਾਹਿਬ ਨੇ ਦਸਤਾਰਾ ਦਿੱਤਾ ਫਰਲੇ ਵਾਲਾ, ਤੇ ਜਿਹੜਾ ਬਾਣਾ ਦਿੱਤਾ ਹੈ, ਇਹ ਚੋਗੇ ਦੀ ਬਰਾਬਰੀ ਕਿਸੇ ਸ਼ਹਿਨਸ਼ਾਹ ਨੇ ਕਰ ਲੈਣੀ ਹੈ। ਇਹ ਕਲਗੀਧਰ ਦੀ ਬਖਸ਼ਿਸ਼ ਹੈ। ਮੋਹੇ ਗਰੀਬ ਕੋ ਲੇਹੁਰ ਲਾਏ। ਸੋ ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੰਦ ਬੰਦ ਬਿਨਸੇ ਮਾਇਆ ਕੇ। ਖਾਲਸਾ ਹਮੇਸ਼ਾ ਪ੍ਰਸੰਨ ਰਹਿੰਦਾ ਉਹਨਾਂ ਦੇ ਹਿਰਦੇ 'ਚੋਂ, ਕਿਉਂਕਿ ਮਾਇਆ ਦੇ ਬੰਧਨ ਪਾਉਣ ਵਾਲੇ ਸਾਰੇ ਧੰਦੇ ਨਾਸ਼ ਹੋ ਗਏ ਹਨ। ਦੁਨੀਆ ਧੰਦਿਆਂ 'ਚ ਫਸ ਕੇ ਰੋਂਦੀ ਹੈ। ਮੱਕੜੀ ਆਪਣੇ ਜਾਲ 'ਚ ਫਸ ਜਾਂਦੀ ਹੈ, ਫਿਰ ਕਲਪਦੀ ਹੈ। ਇਉਂ ਆਪਦੇ ਹੀ ਜੰਜਾਲਾਂ ਦੇ ਵਿੱਚ ਫਸ ਕੇ ਲੋਕ ਰੋਂਦੇ ਨੇ। ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਖਾਲਸਾ ਕਿਸੇ ਜੰਜਾਲ 'ਚ ਨਹੀਂ ਫਸਦਾ, ਉਹ ਧਰਮ ਕਮਾਉਂਦਾ। ਇਸ ਲਈ ਸਾਧੂ ਸੰਗਤ ਮਿਟੇ ਬੇਸੂਰ। ਮਾਇਆ ਦੇ ਬੰਧਨ ਪਾਉਣ ਵਾਲੇ ਸਾਰੇ ਧੰਦੇ ਵੀ ਨਾਸ਼ ਹੋ ਗਏ, ਤੇ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਅਗਿਆਨ ਆਦਿਕ ਦੁੱਖ ਵੀ ਮਿਟ ਗਏ ਉਹਨਾਂ ਦੇ, ਜਾਂ ਵਿਸ਼ੇਸ਼ ਕਰਕੇ ਸੂਲ ਆਦਿਕ ਰੋਗ ਵੀ ਮਿਟ ਗਏ। ਸੁਖ ਸੰਪਤ ਭੋਗ ਇਸ ਜੀਆ ਕੇ। ਇਹ ਜੀਵ ਦੇ ਜੋ ਹਾਥੀ ਘੋੜੇ ਆਦਿਕ ਸੰਪਦਾ ਦੇ ਤੇ ਵਿਸ਼ਿਆਂ ਦੇ ਭੋਗਣ ਦੇ ਸੁਖ ਮੰਨੇ ਹੋਏ ਹਨ। ਬਿਨ ਹਰ ਨਾਨਕ ਜਾਣੇ ਕੂਰ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਕਥਨ ਕਰਦੇ ਹੈ ਕਿ ਉਹਨਾਂ ਨਾਮ ਜਪਣ ਵਾਲੇ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਜਾਣੇ ਨੇ। ਝੂਠੇ ਕੀਰੇ ਝੂਠ ਪ੍ਰੀਤ। ਉਹਨਾਂ ਨੇ ਸਮਝ ਲਿਆ ਹੈ ਕਿ ਦੁਨੀਆ ਦੇ ਹਾਥੀ ਘੋੜੇ ਧਨ ਪਦਾਰਥ ਜ਼ਮੀਨ ਜਾਇਦਾਦ ਰੱਬ ਦੇ ਨਾਮ ਤੋਂ ਬਗੈਰ ਝੂਠੀ ਹੈ, ਨਾਸ਼ਵੰਤ ਹੈ। ਕਿਉਂਕਿ ਪਰਲੋਕ ਦੀ ਕਰੰਸੀ ਵਾਹਿਗੁਰੂ ਦਾ ਨਾਮ ਹੈ, ਇੱਥੋਂ ਦੀ ਕਰੰਸੀ ਆਪਾਂ ਇਹ ਮੰਨ ਸਕਦੇ ਹਾਂ। ਤੋ ਉਹ ਵੀ ਕੁਛ ਦਿਨਾਂ ਦੀ ਪ੍ਰਾਹੁਣੀ ਹੈ। ਤੋ ਇਸ ਲਈ ਗੁਰਮੁਖਾਂ ਨੇ ਗੁਰੂ ਸਾਹਿਬ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾਮ ਜਪਿਆ, ਬਾਣੀ ਦੀ ਕਮਾਈ ਕੀਤੀ ਹੈ। ਤਾਈਓ ਆਪਾਂ ਉਹਨਾਂ ਦੇ ਸਥਾਨ ਦੇ ਆ ਕੇ ਜੋੜ ਮੇਲਾ ਕਰਦੇ ਹਾਂ। ਕਿਸੇ ਨੇ ਲਿਖਿਆ, ਸ਼ਹੀਦੋਂ ਕੀ ਚਿਤਾਓਂ ਪੇ लगेंगे हर वर्ष मेले। ਤੇ देश पर या वतन पर या धर्म पर मर मिटने वालों का यहीं बाकी निशान होगा। ਤੇ ਲੱਗਦੇ ਵੀ ਸਾਲ ਬਾਅਦ ਵੇਖੇ ਸੀਗੇ। ਇੱਥੇ ਆ ਕੇ ਇਹ ਵੇਖਿਆ ਤੇ ਪੰਕਤੀ ਝੂਠੀ ਜਾਪਦੀ ਹੈ। ਇੱਥੇ ਡੇਲੀ ਮੇਲੇ ਲੱਗਦੇ ਹਨ, ਪਰ ਸਾਰੇ ਦਿਨ ਵੀ ਤੇ ਰਾਤ ਵੀ ਇੱਥੇ ਜੋੜ ਮੇਲਾ ਹਮੇਸ਼ਾ ਹੀ ਸੰਗਤ ਦੀ ਆਵਾਜਾਈ ਲੱਗੀ ਰਹਿੰਦੀ ਹੈ। ਕਿਉਂਕਿ ਇਹਨਾਂ ਗੁਰਮੁਖਾਂ ਨੇ ਮਹਾਰਾਜ ਦੇ ਨਾਮ ਨੂੰ ਕਮਾਇਆ, ਬਾਕੀ ਸਭ ਨੂੰ ਝੂਠ ਮੰਨ ਕੇ ਧਰਮ ਨੂੰ ਸੱਚ ਮੰਨਿਆ। ਜਿਸ ਕਰਕੇ ਅੱਜ ਵੀ ਇਹਨਾਂ ਦੀ ਜੈ ਜੈਕਾਰ ਹੈ। ਅਤੇ ਗੁਰੂ ਸਾਹਿਬ ਦੀ ਕਿਰਪਾ। ਆਓ ਅਰਦਾਸ ਕਰੀਏ ਸ਼ਹੀਦਾਂ ਦੇ ਸਥਾਨ ਦੇ ਵੀ ਸਾਨੂੰ ਵੀ ਕਿਨਕਾ ਏਕ ਜਿਸ ਦੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਪਦੇਸ਼ ਦਾ ਕਿਨਕਾ ਹਿਰਦੇ 'ਚ ਵਸ ਜਾਏ ਅਤੇ ਗੁਰੂ ਸਾਹਿਬ ਦੀ ਖੁਸ਼ੀ ਮਿਲੇ। ਭੁੱਲ ਚੁੱਕ ਮਾਫ ਕਰੋਗੇ ਤੋ ਸਮਤ ਬਖਸ਼ੋ ਜੀ। ਧੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਵਿਸੂਰ। ਸੁਖ ਸੰਪਤ ਭੋਗ ਇਸ ਜੀ ਕੇ, ਬਿਨ ਹਰ ਨਾਨਕ ਜਾਣੇ ਕੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ